ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸੀਜੇ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ 7 to 8 o'clock ਅਸੀਂ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨੂੰ ਜਾਂ ਕਮਿਊਨਿਟੀ ਐਕਟਿਵਿਸਟ ਨੂੰ ਔਰ ਲੇਟਲੀ ਡਾਕਟਰਸ ਨੂੰ ਬਿਕੋਜ਼ ਆਫ ਦਾ ਕੋਵਿਡ-19 ਥੋੜ੍ਹੇ ਰੂਬਰੂ ਕਰਾਇਆ ਸੀ। ਅਤੇ ਅੱਜ ਸਾਡੇ ਨਾਲ ਸ਼ਾਮਲ ਹਨ ਰਚਨਾ ਸਿੰਘ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਰਚਨਾ ਸਿੰਘ MLA ਸਰੀ ਗ੍ਰੀਨ ਟਿੰਬਰ ਤੋਂ 2017 'ਚ ਇਲੈਕਟ ਹੋਏ ਸੀਗੇ ਅਤੇ ਕਾਫੀ ਕਮੇਟੀਜ਼ ਦੇ ਵਿੱਚ ਇਹਨਾਂ ਦਾ ਸ਼ਰਕੀਅਤ ਹੈਗੀ ਹੈ, ਜਿਹਦੇ ਵਿੱਚੋਂ ਰੀਸੈਂਟਲੀ ਜਿਹੜੀ ਸਪੈਸ਼ਲ ਕਮੇਟੀ ਔਨ ਰਿਫੋਰਮਿੰਗ ਪੁਲਿਸ ਐਕਟ ਉਹਨਾਂ 'ਚ ਇਹਨਾਂ ਦਾ ਅਪੁਆਇੰਟਮੈਂਟ ਹੋਇਆ। ਇਸ ਤੋਂ ਇਲਾਵਾ ਪਰਸਨਲ ਇਨਫੋਰਮੇਸ਼ਨ ਪ੍ਰੋਟੈਕਸ਼ਨ ਐਕਟ ਕਮੇਟੀ ਦੇ ਇਹ ਚੇਅਰ ਹੈ, ਕਮੇਟੀ ਔਨ ਹੈਲਥ, ਕਮੇਟੀ ਔਨ ਚਿਲਡਰਨ ਐਂਡ ਯੂਥ ਐਂਡ ਸਿਲੈਕਟ ਸਟੈਂਡਿੰਗ ਕਮੇਟੀ ਔਨ ਕਰਾਊਨ ਕਾਰਪੋਰੇਸ਼ਨਸ। ਸੋ ਇਹ 2001 'ਚ ਕੈਨੇਡਾ 'ਚ ਆਏ ਸੀਗੇ। ਸੋ ਦੇ ਡਿਸਾਈਡਡ ਸਰੀ ਟੂ ਮੇਕ ਹਰ ਹੋਮ। ਡਰੱਗ ਐਂਡ ਅਲਕੋਹਲ ਕਾਉਂਸਲਰ ਦੇ ਤੌਰ 'ਤੇ ਇਹਨਾਂ ਨੇ ਕੰਮ ਕੀਤਾ ਕੈਨੇਡਾ 'ਚ ਵੀ ਅਤੇ ਇੰਡੀਆ 'ਚ ਵੀ, ਅਤੇ ਜਿਸ ਦੀ ਇਹਨਾਂ ਦੀ ਕਾਫੀ ਬੈਕਗਰਾਊਂਡ ਹੈਗੀ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਹਸਬੈਂਡ ਜਿਹੜੇ ਕਿ ਰੇਡੀਓ ਜਰਨਲਿਸਟ ਗੁਰਪ੍ਰੀਤ ਸਿੰਘ ਐਂਡ ਸ਼ੀ ਹੈਵ 2 ਚਿਲਡਰਨ। ਜੀ ਆਇਆਂ ਨੂੰ ਰਚਨਾ ਜੀ। ਬਹੁਤ ਬਹੁਤ ਸੀਜੇ ਭਾਜੀ, ਇਟਸ ਅ ਪਲੇਜ਼ਰ ਟੂ ਬੀ ਔਨ ਯੋਰ ਸ਼ੋ। ਥੈਂਕ ਯੂ। ਸੋ ਆਪਾਂ ਆਪਣੀ ਜਿਹੜੀ ਗੱਲਬਾਤ ਹੈ, ਜਿੰਨਾ ਕੁ ਥੋੜਾ ਇੰਟਰੋਡਕਸ਼ਨ ਦਿੱਤਾ ਹੈ, ਜੇ ਕੋਈ ਉਸ 'ਚ ਰਹਿ ਗਿਆ ਹੋਇਆ ਤੁਸੀਂ ਪੂਰਾ ਕਰ ਸਕਦੇ। ਬਹੁਤ ਆਈ ਥਿੰਕ ਕਿ ਬਹੁਤ ਪੋਜ਼ਿਟਿਵ ਤੇ ਬਹੁਤ ਅੱਛਾ ਇੰਟਰੋਡਕਸ਼ਨ ਦਿੱਤਾ। ਤੇ ਜਿਵੇਂ ਤੁਸੀਂ ਦੱਸਿਆ ਕਿ ਮੈਂ 2001 ਵਿੱਚ ਆਈ ਸੀਗੀ ਐਂਡ ਆਈ ਬਿਕੇਮ ਦੀ MLA 2017 ਐਂਡ ਤੁਹਾਡੇ ਮੈਂ ਨਾਮ ਬਹੁਤ ਦੇਰ ਤੋਂ ਸੁਣਿਆ ਸੀਗਾ, ਪਰ ਮੈਂ ਕਹੂੰਗੀ ਕਿ ਅੱਜ ਮੈਨੂੰ ਪਹਿਲੀ ਵਾਰ ਮੌਕਾ ਮਿਲ ਰਿਹਾ ਤੁਹਾਡੇ ਸ਼ੋਅ ਤੇ ਆ ਕੇ ਇਹ ਕਰਨ ਦਾ, ਤੇ ਇਟਸ ਆਈ ਥਿੰਕ ਆਈ ਐਮ ਵੈਰੀ ਆਨਰਡ। ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਜੀ। ਅਤੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਕਿ ਐਲਕੋਹਲ ਐਂਡ ਡਰੱਗ ਐਡਿਕਸ਼ਨ ਬਾਰੇ, ਕਿਉਂਕਿ ਮੋਹਾਲੀ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਤੁਹਾਡਾ ਜਿਹੜਾ ਆਪਣੇ ਤਾਲਮੇਲ ਰਿਹਾ ਜਾਂ ਤੁਸੀਂ ਇਨਵੋਲਵ ਰਹੇ ਆ, ਅਤੇ ਇੱਥੇ ਆ ਕੇ ਵੀ ਤੁਸੀਂ ਕਾਉਂਸਲਰ ਦੇ ਤੌਰ 'ਤੇ ਕੰਮ ਕੀਤਾ ਹੈ। ਉਸ ਦੇ ਬਾਰੇ ਸਾਨੂੰ ਆਪਣੇ ਜਿੰਨੇ ਵੀ ਵਿਊਅਰਸ ਹੈ ਉਸ ਦੇ ਬਾਰੇ ਦੱਸੋ ਵੀ ਇਹ ਜਿਹੜੀ ਨਾਮੁਰਾਦ ਬਿਮਾਰੀਆਂ ਹੀ ਆ ਇੱਕ ਤਰ੍ਹਾਂ ਦੀਆਂ, ਅਤੇ ਇਸ ਦੇ ਬਾਰੇ ਦੱਸੋ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਹ ਇੰਨਾ ਜ਼ਿਆਦਾ। ਬਿਲਕੁਲ, ਮੈਂ ਜੀ ਮਾਸਟਰਸ ਕੀਤੀ ਸੀ ਸਾਈਕੋਲੋਜੀ ਦੀ ਪੰਜਾਬ ਯੂਨੀਵਰਸਿਟੀ ਤੋਂ, ਅਤੇ ਉਸ ਤੋਂ ਬਾਅਦ ਮੈਂ ਕਿਉਂਕਿ ਸਾਈਕੋਲੋਜੀ ਹੈਗੀ ਹੈ, ਇਟ ਡੀਲਸ ਵਿਦ ਲੋਟ ਆਫ ਮੈਂਟਲ ਹੈਲਥ ਇਸ਼ੂਜ਼। ਕਲੀਨਿਕਲ ਸਾਈਕੋਲੋਜੀ ਮੇਰੀ ਸਪੈਸ਼ਲਾਈਜੇਸ਼ਨ ਸੀਗੀ, ਅਤੇ ਉਸ ਤੋਂ ਇਮੀਡੀਏਟਲੀ ਬਾਅਦ ਉਦੋਂ ਮੈਂ ਕਾਉਂਸਲਰ ਅਪੋਇੰਟ ਹੋ ਗਈ ਇਨ ਵਿਦ ਰੈੱਡ ਕਰਾਸ। ਅਤੇ ਬਹੁਤ I would say ਕਿ it was very very sad state of affairs। ਜਿਵੇਂ ਤੁਸੀਂ ਮੈਂ ਇੰਨੀ ਅਜੇ ਦੁਨੀਆ ਦੇਖੀ ਨਹੀਂ ਸੀਗੀ, ਬਟ when I went and worked in that de-addiction center ਮੈਨੂੰ ਪਤਾ ਚੱਲਿਆ ਕਿ ਕਿੰਨਾ ਜ਼ਿਆਦਾ ਜਿਹੜਾ ਐਡਿਕਸ਼ਨ ਦਾ ਜਿਹੜਾ ਸਾਡਾ ਸਪੈਸ਼ਲੀ ਪੰਜਾਬੀ ਯੂਥ ਹੈ ਕਿੰਨਾ ਐਨਗਲਫ ਹੋਇਆ ਉਸ ਚੀਜ਼ ਦੇ ਵਿੱਚ। ਅਤੇ ਉਹ ਜਿਹੜਾ ਬੰਦਾ ਜਿਹੜਾ ਐਡਿਕਟ ਹੈਗਾ ਉਹਦੇ ਲਈ ਤਾਂ ਬਿਲਕੁਲ ਤਰਾਸਦੀ ਹੈਗੀ ਹੈ, ਉਹਦੇ ਲਈ ਪ੍ਰੋਬਲਮ ਹੈਗੀ ਹੈ, ਪਰ ਜਿਹੜੇ ਉਹਨਾਂ ਦੀ ਫੈਮਲੀਜ਼ ਹੈ ਹਾਊ ਮਚ ਦੇ ਸਫਰ। ਐਟ ਦੈਟ ਟਾਈਮ ਅਜੇ ਡਿਜ਼ੀਜ਼ ਮਾਡਲ ਨਹੀਂ ਸਮਝਿਆ ਜਾ ਰਿਹਾ ਸੀਗਾ ਜਿਹੜਾ ਐਡਿਕਸ਼ਨ ਨੂੰ। ਇਹਨੂੰ ਲੱਗਦਾ ਸੀਗਾ ਕਿ ਬੰਦੇ ਬਸ ਇਹਨੂੰ ਉਹਦੀ ਮਰਜ਼ੀ ਹੈ ਉਹ ਬਣ ਗਿਆ, ਪਰ ਹੈ ਕਿ at that time because ਮੇਰੀ study psychology ਦੀ ਸੀਗੀ, I went with this lens that it is a disease model. We have to look it from that compassionate point of view rather than ਇੱਕ criminal। ਉਹਨੂੰ ਐਜ਼ ਅ criminal ਨਹੀਂ ਦੇਖਣਾ ਚਾਹੀਦਾ, ਉਹਨੂੰ ਦੇਖਣਾ ਕਿ ਜਿਵੇਂ ਅਸੀਂ ਕਿਸੇ ਹੋਰ ਬਿਮਾਰੀ ਨੂੰ ਟੈਂਕਲ ਕਰਦੇ ਹਾਂ ਉਵੇਂ ਹੀ ਉਹਨੂੰ ਟੈਕਲ ਕਰ ਰਹੇ ਹਾਂ। ਅਤੇ ਉਹ ਜਿਹੜੀ ਮੇਰੀ ਬੈਕਗਰਾਊਂਡ ਰਹੀ ਹੈ ਸੀਜੇ ਭਾਜੀ, I would say ਕਿ has been very helpful for me ਬਿਫੋਰ ਇਵਨ ਆਈ ਗੋਟ ਇਲੈਕਟਿਡ, ਕਿ ਜਿਹੜਾ BC ਦਾ ਮਾਹੌਲ ਅਸੀਂ ਦੇਖ ਰਹੇ ਹੈਗੇ ਹਾਂ, ਜਿਹੜੀਆਂ ਇੱਥੋਂ ਦੀਆਂ ਕਰੋਪੀਆਂ ਹੈਗੀਆਂ, ਜਿਹੜੇ ਇਹਦੇ ਇਸ਼ੂਜ਼ ਹੈ ਵਿਚ ਵੀ ਆਰ ਡੀਲਿੰਗ ਵਿਦ। ਮੈਂ ਇੱਥੇ ਵੀ ਆ ਕੇ ਕਾਉਂਸਲਿੰਗ ਦਾ ਕੰਮ ਕੀਤਾ, ਬੇਸ਼ੱਕ ਉਹ ਐਡਿਕਸ਼ਨਸ ਦੇ ਨਾਲ ਸੀਗਾ ਜਾਂ ਉਹ ਵਾਇਲੈਂਸ ਅਗੇਂਸਟ ਵੂਮਨ ਦਾ ਸੀਗਾ, ਅਤੇ ਇਟ ਹੈਲਪਡ ਮੀ, ਜਿਹੜਾ ਮੇਰਾ ਐਕਸਪੀਰੀਅੰਸ ਸੀ ਇੰਡੀਆ ਵਾਲਾ, ਹੈਲਪ ਮੀ ਅ ਲੋਟ ਟੂ ਡੀਲ ਵਿਦ ਦ ਇਸ਼ੂਜ਼ ਦੈਟ ਆਈ ਫੇਸਡ ਹੇਅਰ। ਸੋ ਸਾਡੀ ਗੱਲਬਾਤ ਚੱਲ ਰਹੀ ਹੈ MLA ਰਚਨਾ ਸਿੰਘ, ਐਂਡ ਸਾਡੀਆਂ 4 ਲਾਈਨਸ ਓਪਨ ਹੈ। ਤੁਸੀਂ ਫੋਨ ਕਰਕੇ ਡਾਇਰੈਕਟ ਇਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਕਾਫੀ ਏਰੀਆ ਦੇ ਵਿੱਚ ਇਹਨਾਂ ਦਾ ਸਪੈਸ਼ਲਾਈਜੇਸ਼ਨ ਹੈ, ਅਤੇ ਤੁਸੀਂ ਸਿੱਧੇ ਇਹਨਾਂ ਨੂੰ ਕੁਐਸਚਨ ਜਾਂ ਗੌਰਮੈਂਟ ਦੇ ਜਿਹੜੇ ਪ੍ਰੋਗਰਾਮ ਇਹਨਾਂ ਨੇ ਲਿਖੇ ਹੈ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਰਚਨਾ ਜੀ, like tell me a little bit difference between India and their addiction and a Canadian British Columbia perspective। ਕੋਈ ਇਹਦੇ 'ਚ ਕੋਈ ਫਰਕ ਹੈ? ਜੇ ਫਰਕ ਹੈ ਤਾਂ ਕਿਸ ਤਰ੍ਹਾਂ ਦੇ ਫਰਕ ਹੈਗੇ? ਜੀ, ਜਿਵੇਂ ਮੈਂ ਪਹਿਲਾਂ ਹੀ ਕਿਹਾ, ਕਿਉਂਕਿ ਮੈਂ ਜਦੋਂ ਦੀ ਗੱਲ ਕਰ ਰਹੀ ਹਾਂ ਕਾਫੀ ਪੁਰਾਣੀ ਗੱਲ ਹੋ ਚੁੱਕੀ ਹੈ, ਮੈਨੂੰ ਇੱਥੇ ਆਈ ਨੂੰ ਆਲਮੋਸਟ 20 ਸਾਲ ਤਾਂ ਮੈਨੂੰ ਇੱਥੇ ਆਈ ਨੂੰ ਹੋ ਗਏ। ਸੋ ਆਈ ਸਟਾਰਟਡ ਵਰਕਿੰਗ ਐਜ਼ ਅ ਕਾਉਂਸਲਰ 95 'ਚ ਮੈਂ ਸ਼ੁਰੂ ਕੀਤਾ ਸੀਗਾ ਇਹ ਕੰਮ। ਅਤੇ ਉਹਦੇ 'ਚ ਤਦ ਵੀ ਬਹੁਤ ਲੋਕੀ ਸਪੈਸ਼ਲੀ ਜਿਹੜੇ ਪੇਰੈਂਟਸ ਸੀਗੇ ਉਹ ਇਹ ਸੋਚ ਰਹੇ ਸੀਗੇ, ਕਹਿੰਦੇ ਆਪਣੀ ਮਰਜ਼ੀ ਨਾਲ
ਸ਼ੁਰੂ ਕਰ ਲਿਆ ਤੇ ਇਹ ਤੁਸੀਂ ਇਹਨੂੰ ਜ਼ਬਰਦਸਤੀ ਅਸੀਂ ਇਹਦਾ ਟ੍ਰੀਟਮੈਂਟ ਕਰਾਂਗੇ, ਇਹ ਠੀਕ ਹੋ ਜਾਏਗਾ। ਜਦਕਿ ਇਹ ਬਹੁਤ ਜ਼ਿਆਦਾ ਗਲਤਫਹਿਮੀ ਸੀ ਔਰ ਅਸੀਂ ਇਹੀ ਦੱਸਣਾ ਚਾਹ ਰਹੇ ਸੀਗੇ ਫੈਮਲੀਜ਼ ਨੂੰ ਉਸ ਟਾਈਮ ਤੇ ਵੀ ਕਿ ਅਸੀਂ ਜ਼ਬਰਦਸਤੀ, ਬੇਸ਼ੱਕ ਮੈਂ ਮਹੀਨਾ ਹੋ ਸਕਦਾ ਮੈਂ ਡੀ ਐਡਿਕਸ਼ਨ ਸੈਂਟਰ ਵਿੱਚ ਰੱਖ ਲਾਂਗੀ, ਬਿਕੋਜ਼ ਇਟ ਹੈਜ਼ ਟੂ ਡੂ ਵਿਦ ਯੋਰ ਮਾਈਂਡ ਐਂਡ ਯੋਰ ਸਾਈਕੋਲੋਜੀਕਲ ਵੈਲਬੀਂਗ। ਜੇ ਬੰਦਾ ਆਪ ਪੂਰੀ ਤਰ੍ਹਾਂ ਤਿਆਰ ਨਹੀਂ ਹੈਗਾ, ਉਹਨੂੰ ਇਨਵੋਲੰਟਰੀ ਟ੍ਰੀਟਮੈਂਟ ਦੇਣਾ ਬਹੁਤ ਔਖਾ ਹੈਗਾ ਫॉर ਡੀ ਐਡਿਕਸ਼ਨ। ਤੇ ਉਹ ਚੀਜ਼ਾਂ ਜਦ ਮੈਂ ਇੱਥੇ ਆਈ ਤੇ ਅਸੀਂ ਜਿਵੇਂ ਜਿਵੇਂ ਡਿਵੈਲਪ ਹੋਣ ਲੱਗ ਗਿਆ ਇਹ ਵਾਲਾ ਫੀਲਡ, ਜ਼ਿਆਦਾ ਇਹਦੇ ਬਾਰੇ ਜ਼ਿਆਦਾ ਰਿਸਰਚ ਜਦ ਹੋਈ ਤੇ ਇਹੀ ਗੱਲਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਕਿ ਡੀ ਐਡਿਕਸ਼ਨ ਨੂੰ ਫਸਟ ਆਫ ਆਲ ਅਸੀਂ ਇੱਕ ਬਹੁਤ ਹੀ ਐਂਪੈਥੈਟਿਕ ਪੁਆਇੰਟ ਆਫ ਵਿਊ ਨਾਲ ਸਾਨੂੰ ਦੇਣਾ ਪਏਗਾ। ਇਹ ਨਹੀਂ ਕਿ ਮੇਰਾ ਬੱਚਾ ਚਲਾ ਗਿਆ ਤੇ ਉਹਨੂੰ ਮੈਂ ਗਾਲਾਂ ਕੱਢਾਂ ਜਾਂ ਉਹਨੂੰ ਘਰੋਂ ਕੱਢ ਦੇਵਾਂ। ਆਈ ਹੈਵ ਟੂ ਸੀ ਇਟ ਫਰੋਮ ਅ ਵੈਰੀ ਕੰਪੈਸ਼ਨੇਟ ਲੈਂਸ। ਐਂਡ ਜਦ ਉਹਦੇ ਲਈ ਜਦ ਅਸੀਂ ਉਹਨੂੰ ਦੇਖ ਰਹੇ ਹਾਂ ਜਿਵੇਂ ਅਸੀਂ ਕਿਸੇ ਹੋਰ ਬਿਮਾਰੀ ਨੂੰ ਟੈਕਲ ਕਰਦੇ ਹਾਂ, ਮੈਂਟਲ ਹੈਲਥ and addiction have to be tackled like any other disease। ਜਿਵੇਂ ਅਸੀਂ ਜੇ ਕਿਸ ਨੂੰ ਹਾਰਟ ਅਟੈਕ ਹੈ, ਮੈਂ ਕਹਾਂ ਕਿ ਹਾਂ ਉਹਨੇ ਤਾਂ ਆਪਣੀ ਮਰਜ਼ੀ ਨਾਲ ਹਾਰਟ ਅਟੈਕ ਕਰਾ ਲਿਆ ਤੇ ਆਪੇ ਠੀਕ ਹੋ ਜਾਏਗਾ ਜੇ ਮੈਂ ਇਹਦੀ ਜ਼ਬਰਦਸਤੀ ਕਰੂੰਗੀ। there has to be a will in that ਤੇ ਤੁਹਾਡਾ ਸਪੋਰਟ ਪਲੱਸ ਉਹ ਬੰਦੇ ਦੀ ਆਪਣੀ ਇੱਛਾ ਪਲੱਸ ਜਿਹੜੇ ਰਿਸੋਰਸਿਸ ਹਨ ਜਿਹੜੀ ਸੋਸਾਇਟੀ ਵਿੱਚ ਜਿਹੜੀ ਉਹਦੀ ਮਦਦ ਕਰਨਗੇ। ਹਾਂਜੀ, ਸੋ ਮੇਰਾ ਜਿਹੜਾ ਫਿਰ ਗੋਇੰਗ ਬੈਕ ਟੂ ਦੈਟ, ਤੁਹਾਨੂੰ ਇੰਡੀਆ ਤੇ ਜਿਹੜਾ ਕੈਨੇਡੀਅਨ ਪਰਸਪੈਕਟਿਵ ਬ੍ਰਿਟਿਸ਼ ਕੋਲੰਬੀਆ, ਇਹਨਾਂ ਦੇ ਜੇ ਆਪਾਂ ਪੈਰਲਸ ਦੇਖੀਏ ਤੁਹਾਨੂੰ ਕੀ ਫਰਕ ਲੱਗਿਆ? ਮਤਲਬ are they similar because you know predominantly ਆਪਾਂ ਸਰੀ 'ਚ ਜਿੱਥੇ ਤੁਸੀਂ ਕੰਮ ਕੀਤਾ ਪੰਜਾਬੀ ਆਪਣੀ ਕਮਿਊਨਿਟੀ ਮਤਲਬ ਲਾਰਜ ਨੰਬਰਸ ਵਿੱਚ ਹੈਗੀ ਹੈ, ਸੋ ਉਹ ਇੰਡੀਆ ਦੇ ਇੱਥੋਂ ਦਾ ਤੁਹਾਨੂੰ ਕੀ ਫਰਕ ਲੱਗਿਆ? ਜਿੱਥੇ ਤੱਕ ਤੇ ਸਾਡੀ ਆਪਣੀ ਕਮਿਊਨਿਟੀ ਦਾ ਕੰਮ ਹੈ, ਜਿਹੜਾ ਮੈਂ ਸਾਇੰਟੀਫਿਕ ਮਾਡਲ ਕਹਿ ਰਹੀ ਹਾਂ, ਮੈਨੂੰ ਨਹੀਂ ਲੱਗਦਾ ਕਿ ਸਾਇੰਟੀਫਿਕ ਮਾਡਲ ਵਿੱਚ ਕੋਈ ਫਰਕ ਹੈਗਾ। ਉੱਥੇ ਵੀ ਜਿਹੜੀ ਟ੍ਰੇਨਿੰਗ ਹੈ, ਜਿਹੜੀ ਮੇਰੀ ਸਾਈਕੋਲੋਜੀ ਮਾਸਟਰਸ ਸੀਗੀ, ਬਿਲਕੁਲ ਸੇਮ ਉਵੇਂ ਦੀਆਂ ਗੱਲਾਂ ਮੈਨੂੰ ਦੱਸ ਰਹੀ ਸੀ ਜਿਹੜੀ ਮੈਂ ਅੱਜ ਇੱਥੇ ਜੇ ਮੈਂ ਕਾਉਂਸਲਿੰਗ ਕਰਦੀ ਹੋਵਾਂ ਤੇ ਉਹ ਕਰੂੰਗੀ। ਸਟਿਗਮਾ ਉੱਥੇ ਵੀ ਸੀਗਾ ਮੈਂਟਲ ਹੈਲਥ ਨੂੰ ਲੈ ਕੇ, ਸਟਿਗਮਾ ਇੱਥੇ ਵੀ ਹੈਗਾ। ਬੇਸ਼ੱਕ ਜੇ ਤੁਹਾਡਾ ਬੱਚਾ ਐਡਿਕਟ ਹੈ ਜਾਂ ਉਹਨੂੰ ਕੋਈ ਵੀ ਮੈਂਟਲ ਹੈਲਥ ਇਸ਼ੂਜ਼ ਹੈਗੇ ਹੈ, ਤੁਹਾਨੂੰ ਅਜੇ ਵੀ ਇਸ ਟਾਈਮ ਤੇ ਵੀ ਜਦ ਅਸੀਂ ਇੰਨੀ ਅਵੇਅਰਨੈਸ ਲੈ ਕੇ ਆ ਚੁੱਕੇ ਹਾਂ ਨਾ, ਜਦ ਅਸੀਂ ਗੱਲਬਾਤ ਵੀ ਕਰਦੇ ਹਾਂ, ਅਜੇ ਵੀ ਸਾਡੇ ਘਰਾਂ ਵਿੱਚ ਮਾਹੌਲ ਇਹ ਹੋਏਗਾ ਕਿ ਇਸ ਗੱਲ ਨੂੰ ਕਿੱਥੋਂ ਵੱਧ ਤੋਂ ਵੱਧ ਦਬਾ ਦਿੱਤਾ ਜਾਵੇ। ਜਾਂ ਜੇ ਮੈਂ ਕਿਸੇ ਸਾਈਕੈਟਰਿਸਟ ਨੂੰ ਜਾਂ ਸਾਈਕੋਲੋਜਿਸਟ ਨੂੰ ਕੰਸਲਟ ਕਰਨਾ, ਕਾਉਂਸਲਰ ਨੂੰ ਕਰਨਾ ਤੇ ਬਹੁਤ ਹੀ ਇਟਸ ਲੁਕਵੇਂ ਢੰਗ ਨਾਲ ਕਰਨਾ ਰਾਦਰ ਦੈਨ ਗੋਇੰਗ ਓਪਨਲੀ। ਇਹ ਬਹੁਤ ਜ਼ਿਆਦਾ ਮੁਹਿੰਮ ਦੀ ਲੋੜ ਹੈ, ਬਹੁਤ ਜ਼ਿਆਦਾ ਆਈ ਥਿੰਕ ਐਜੂਕੇਸ਼ਨ ਦੀ ਲੋੜ ਹੈਗੀ ਹੈ। ਐਂਡ ਤੁਹਾਡੇ ਵਰਗੇ ਜਿਹੜੇ ਮੀਡੀਆ ਦੇ ਲੋਕੀ ਹੈ, ਜਦ ਤੁਸੀਂ ਇਹ ਗੱਲਾਂ ਡਿਸਕਸ ਕਰਦੇ ਹੋ, ਇਟ ਮੇਕਸ ਅ ਬਿਗ ਡਿਫਰੈਂਸ ਔਨ ਦਾ ਸੋਸਾਇਟੀ। ਆਈ ਥਿੰਕ ਕਿ ਅੱਜ ਵੀ ਕਈ ਪਰਿਵਾਰ ਇਹ ਸੋਚਦੇ ਹੈ ਕਿ ਇਟ ਇਜ਼ ਮੈਂਟਲ ਹੈਲਥ ਇਜ਼ ਆਈ ਡੋਂਟ ਵਾਂਟ ਟੂ ਡਿਸਕਸ ਇਟ। ਉਹਦਾ ਕਿਤੇ ਨਾ ਕਿਤੇ ਮੇਰੀ ਫੈਮਿਲੀ ਤੇ ਰਿਫਲੈਕਸ਼ਨ ਹੋਏਗੀ ਜੇ ਮੇਰਾ ਬੱਚਾ ਐਡਿਕਟ ਹੈ ਜਾਂ ਉਹ ਮੈਂਟਲ ਹੈਲਥ ਦਾ ਸ਼ਿਕਾਰ ਹੈਗਾ। ਆਈ ਜਸਟ ਵਾਂਟ ਟੂ ਟੈਲ ਦੈਮ ਕਿ ਇਹ ਕੋਈ ਇੱਕ ਬਿਮਾਰੀ ਹੈ ਜਿਹਨੂੰ ਜੇ ਐਜ਼ ਏ ਪ੍ਰੋਪਰ ਇਲਾਜ ਕੀਤਾ ਜਾਏ, ਪ੍ਰੋਪਰ ਸਪੋਰਟ ਦਿੱਤੀ ਜਾਵੇ ਤੇ ਉਹਦਾ ਹੱਲ ਲੱਭਿਆ ਜਾ ਸਕਦਾ ਹੈ ਰਾਦਰ ਦੈਨ ਕਿ ਲੁਕਵੇਂ ਢੰਗ ਨਾਲ। ਸੋ ਇਸ ਦੇ ਨਾਲ ਜੇ ਆਪਾਂ ਦੇਖਿਆ ਜਾਵੇ, ਜਦੋਂ ਆਪਾਂ ਐਡਿਕਸ਼ਨ ਦੀ ਗੱਲ ਕਰਦੇ ਹਾਂ, ਦੈਟ ਵਿਲ ਬੀ ਮਾਈ ਲਾਸਟ ਕੁਐਸਚਨ ਔਨ ਦਿਸ ਟੌਪਿਕ, ਕਿਉਂਕਿ ਆਪਾਂ ਕਾਫੀ ਹੋਰ ਗੱਲਾਂ ਬਾਤਾਂ ਵੀ ਕਰਨੀਆਂ। ਸੋ ਐਡਿਕਸ਼ਨ ਦੇ ਵਿੱਚ ਰਚਨਾ ਤੁਹਾਡਾ ਕੀ ਐਕਸਪੀਰੀਅੰਸ ਹੈ ਵੀ ਜਿਹੜੀ ਪ੍ਰੀਡੋਮੀਨੇਟਲੀ ਇਜ਼ ਐਲਕੋਹਲ ਲਾਈਕ ਇੰਡੀਆ ਔਰ ਹੇਅਰ ਆਈ ਥਿੰਕ ਮੋਸਟ ਲਾਈਕਲੀ, ਐਂਡ ਬਾਕੀ ਜਿਹੜੀਆਂ ਡਰੱਗਸ ਹੈ ਫੈਂਟਨੋਲ, ਬਿਗ disease in British Columbia, ਮਤਲਬ ਬਹੁਤ ਜ਼ਿਆਦਾ will be talking to mental health minister ਡਾਰਸੀਨਾ ਮੇਰਾ you know on 23rd, ਹਾਂਜੀ, ਸੋ ਉਹਨਾਂ ਨਾਲ ਮੇਰੀ ਗੱਲਬਾਤ ਹੋਣੀ ਹੈ। ਪਰ ਇਹ ਜਿਹੜਾ ਹੈਗਾ ਹੈ ਇਹਨਾਂ ਦੇ ਮਤਲਬ ਜੇ ਆਪਾਂ ਦੇਖੀਏ ਦੂਜੀਆਂ ਜਿਹੜੀਆਂ ਡਰੱਗਸ ਹੈਗੀਆਂ ਆ ਉਹ ਮਤਲਬ ਜਿਵੇਂ ਇੰਡੀਆ ਦਾ ਓਪੀਅਮ, ਅਫੀਮ ਜਾਂ ਗਾਂਜਾ, ਚਰਸ, ਇੱਦਾਂ ਦੀਆਂ ਚੀਜ਼ਾਂ ਚੱਲਦੀਆਂ, ਇੱਥੇ ਐਡਿਕਸ਼ਨ ਦੇ ਵਿੱਚ ਕਿਹੜੇ ਮਤਲਬ ਇੱਥੇ ਓਪੀਓਇਡ ਕ੍ਰਾਈਸਿਸ ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਇਟ ਇਜ਼ ਰੀਅਲੀ ਕੰਸਰਨਿੰਗ ਫॉर ਅਸ। ਇੰਡੀਆ ਵਿੱਚ ਵੀ ਸੀਗਾ। ਜਿਹੜੀ ਸ਼ਰਾਬ ਹੈ ਜਿਹੜੀ ਉਹ ਸਾਡੇ ਸਪੈਸ਼ਲੀ ਜਿਹੜਾ ਪੰਜਾਬੀ ਕਲਚਰ ਦੇ ਵਿੱਚ ਕਾਫੀ ਐਕਸੈਪਟੇਬਲ ਹੈ। ਪਰ ਜਿਹੜਾ ਸ਼ਰਾਬ ਦਾ ਵੀ ਨਸ਼ਾ ਹੈ, ਮੈਂ ਕਹੂੰਗੀ ਕਿ ਸ਼ਰਾਬ ਅਸੀਂ ਇੱਕ ਤਾਂ ਜਿਹੜੀ ਸੋਸ਼ਲ ਸੈਟਿੰਗ ਵਿੱਚ ਜਿਹੜੀ ਸ਼ਰਾਬ ਪੀਤੀ ਜਾ ਰਹੀ ਹੈ ਤੇ ਇੱਕ ਜਿਹੜੀ ਐਡਿਕਸ਼ਨ ਹੈ ਜਿਹੜੀ ਜਦ ਐਲਕੋਹਲਿਕ ਹੁੰਦਾ ਹੈ ਬੰਦਾ, ਜਿਹੜੀ ਉਹ ਵੀ ਹੈ ਬਹੁਤ ਮਾੜੀ ਹੈਗੀ ਹੈ। ਉਹ ਵੀ ਸੀ ਜੇ ਭਾਜੀ ਜਿਹੜੇ ਲੋਕਾਂ ਨੇ ਐਕਸਪੀਰੀਅੰਸ ਕੀਤਾ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਉਹ ਐਲਕੋਹਲਿਕ ਹੈਗੇ ਹੈ, ਦੇ ਕੈਨ ਵਾਊਚ ਫॉर दैट ਕਿ ਉਹ ਵੀ ਪੂਰੀ ਜ਼ਿੰਦਗੀ ਦਾ ਤੁਹਾਡਾ ਬਦਲ ਦਿੰਦੀ ਹੈ, ਰੁਖ ਬਦਲ ਦਿੰਦੀ ਹੈ ਲੋਕਾਂ ਦਾ। ਪਰ ਜਿਹੜਾ ਓਪੀਆਇਡ ਕ੍ਰਾਈਸਿਸ ਦਾ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਚੈਲੰਜ ਆ ਰਿਹਾ ਹੈਗਾ, ਕਿਉਂਕਿ ਉਹ ਜਿਹੜੀ ਡਰੱਗਸ ਆ ਰਹੀਆਂ ਉਹ ਬਹੁਤ ਇਲਿਸਿਟ ਡਰੱਗਸ ਹੈਗੀਆਂ, ਉਹਨਾਂ ਵਿੱਚ ਮਿਲਾਵਟ ਬਹੁਤ ਜ਼ਿਆਦਾ ਹੋਈ ਹੈ ਤੇ ਇਸ ਕਰਕੇ ਉਹ ਬੱਚੇ ਬਹੁਤ ਲੁਕਵੇਂ ਢੰਗ ਨਾਲ ਲੈ ਰਹੇ ਹੈਗੇ ਹੈ, ਉਹਨਾਂ ਦੇ ਸੇਫਟੀ ਪ੍ਰੀਕਾਸ਼ਨਸ ਨਹੀਂ ਲਈ ਜਾ ਰਹੇ। ਤਾਂ ਹੀ ਇੱਥੇ BC ਵਿੱਚ ਵੀ ਔਰ ਜੇ ਤੁਸੀਂ ਕੋਈ ਵੀ ਪ੍ਰੋਗਰੈਸਿਵ ਕੰਟਰੀ ਦੇਖੋਗੇ ਜਾਂ ਸਿਟੀ ਦੇਖੋਗੇ, ਉਹਦੇ 'ਚ ਹੋਏਗਾ ਹਾਰਮ ਰਿਡਕਸ਼ਨ ਦੀ ਪਾਲਿਸੀਜ਼ ਨੂੰ ਬਹੁਤ ਜ਼ਿਆਦਾ ਪ੍ਰੇਰਿਆ ਜਾਂਦਾ ਹੈ। ਉਹਦਾ ਕਾਰਨ ਹੈ ਕਿ ਕਈ ਲੋਕੀ ਬਿਕੋਜ਼ ਡਰੱਗਸ ਹੈਵ ਬ੍ਰੌਟ ਇਨ ਸੋ ਮੈਨੀ ਚੇਂਜਸ ਇਨ ਯੋਰ ਬ੍ਰੇਨ ਕਿ ਉਹਨਾਂ ਲਈ ਪੂਰਾ ਐਬਸਟੇਨ ਕਰਨਾ ਡਰੱਗਸ ਤੋਂ ਉਨਾ ਪੋਸੀਬਲ ਨਹੀਂ ਹੈਗਾ। ਸਾਡੀ ਪਰ ਇਹ ਇੱਛਾ ਹੋਏਗੀ ਕਿ ਉਹ ਬੰਦਾ ਜੇ ਡਰੱਗਸ ਕਰ ਰਿਹਾ
ਦੇ ਸ਼ੁੱਡ ਬੀ ਡੂਇੰਗ ਇਨ ਅ ਸੇਫ ਵੇ ਤੇ ਇੱਕ ਮੋਡਰੇਸ਼ਨ ਵਿੱਚ ਕਰਨ ਰਾਦਰ ਦੈਨ ਕਿ ਆਪਣੇ ਆਪ ਨੂੰ ਓਵਰਡੋਜ਼ ਕਰ ਲੈਣ ਤੇ ਆਪਣੀ ਜਾਨ ਗਵਾ ਲੈਣ। ਸੋ ਸਾਡੀ ਗੱਲ ਚੱਲ ਰਹੀ ਹੈ ਰਚਨਾ ਸਿੰਘ MLA ਫਰੋਮ ਸਨੀ ਗ੍ਰੀਨ ਟਿੰਬਰਸ। ਤੁਸੀਂ ਫੋਨ ਕਰਕੇ ਇਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ। ਸੋ ਆਪਣੇ ਤੁਹਾਡੇ NDP ਜਿਹੜੀ ਗਵਰਨਮੈਂਟ ਹੈ ਰਾਈਟ ਨਾਓ, ਇਸ ਏਰੀਏ ਦੇ ਵਿੱਚ ਸਪੈਸੀਫਿਕਲੀ ਕਿਸ ਤਰ੍ਹਾਂ ਦੇ ਇਹਨਾਂ ਨੇ ਪ੍ਰੋਗਰਾਮ ਉਲੀਕੇ ਹੈ ਤਾਂ ਕਿ ਇੱਥੇ ਆਪਾਂ ਅਵੇਅਰਨੈਸ ਕਰਕੇ ਤੇ ਇਹ ਜਿਹੜੀ ਡਿਸੀਜ਼ ਆ ਜਿਵੇਂ ਤੁਸੀਂ ਮੈਂਸ਼ਨ ਕੀਤਾ ਤਾਂ ਕਿ ਇਹਨੂੰ ਫਾਈਟ ਕਰ ਸਕੀਏ, ਤਾਂ ਕਿ ਕਮਿਊਨਿਟੀਜ਼ ਸਫਰ ਨਾ ਕਰਨ, ਫੈਮਿਲੀਜ਼ ਸਫਰ ਨਾ ਕਰਨ। ਮੈਂਟਲ ਹੈਲਥ ਇਸ਼ੂਜ਼ ਹੈ, ਇਟਸ ਅ ਪ੍ਰੀਟੀ ਡੈਵਸਟੇਟਿੰਗ ਫॉर ਲੋਟ ਆਫ ਫੈਮਲੀਜ਼। ਸੋ ਕਿਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਉਲੀਕੇ ਆ ਜਾਂ ਕਿਸ ਤਰ੍ਹਾਂ ਦੀ ਹੈਲਪ ਅਵੇਲੇਬਲ ਹੈ? ਬਿਲਕੁਲ, ਮੈਨੂੰ ਬਹੁਤ ਜ਼ਿਆਦਾ ਮਾਣ ਹੈ। ਔਰ ਤੁਸੀਂ ਆਪ ਕਿਹਾ ਕਿ ਤੁਸੀਂ ਜੂਡੀ ਡਾਰਸੀ ਜਿਹੜੇ ਸਾਡੇ ਮੈਂਟਲ ਹੈਲਥ ਐਂਡ ਐਡਿਕਸ਼ਨਸ ਦੇ ਮਿਨਿਸਟਰ ਹੈ, ਉਹਨਾਂ ਨਾਲ ਤੁਹਾਡੀ ਗੱਲਬਾਤ ਹੋਰ ਜ਼ਿਆਦਾ ਡਿਟੇਲ 'ਚ ਹੋਏਗੀ। ਪਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ BC ਇਜ਼ ਦਾ ਓਨਲੀ ਪ੍ਰੋਵਿੰਸ ਇਨ ਕੈਨੇਡਾ CJ ਭਾਜੀ that has a minister, specific minister assigned to this issue, ਕਿਉਂਕਿ ਐਡਿਕਸ਼ਨਸ ਤੇ ਮੈਂਟਲ ਹੈਲਥ ਇੰਨੇ ਜ਼ਿਆਦਾ ਸਾਡੀ BC ਵਿੱਚ ਇਹਦਾ ਇੰਨਾ ਵੱਡਾ ਰੋਗ ਹੈਗਾ ਕਿ ਵੀ ਹੈਵ ਅਸਾਈਨਡ ਦਾ ਹੋਲ ਮਿਨਿਸਟਰੀ ਟੂ ਹਰ। ਤੇ ਉਹਨਾਂ ਦਾ ਕੰਮ ਲਾਸਟ 3 years ਸ਼ੀ ਹੈਜ਼ ਡਨ ਅਮੇਜ਼ਿੰਗ ਵਰਕ। ਬੇਸ਼ੱਕ ਉਹ ਓਪੀਆਈਡ ਕ੍ਰਾਈਸਿਸ ਨੂੰ ਡੀਲ ਕਰਨ ਦੇ ਰਿਸੋਰਸਿਸ ਹੋਣ ਤੇ ਸਪੈਸ਼ਲੀ ਮੈਂ ਜਿਹੜੀ ਸਾਊਥ ਏਸ਼ੀਅਨ ਕੰਟੈਕਸਟ ਵਿੱਚ ਕਹੂੰਗੀ ਕਿ ਜਿਹੜੀਆਂ ਕਲਚਰਲੀ ਸੈਂਸਿਟਿਵ ਸਰਵਿਸਿਜ਼ ਹੈਗੀਆਂ, ਲੈਂਗੁਏਜ ਸਪੈਸੀਫਿਕ ਸਰਵਿਸਿਜ਼ ਹੈ, ਬੇਸ਼ੱਕ ਉਹ ਰੋਸ਼ਨੀ ਕਲੀਨਿਕ ਦੇ ਰੂਪ ਵਿੱਚ ਹੈਗੀ ਹੈ ਜਿਹੜੀ ਸਰੀ ਮੈਮੋਰੀਅਲ ਹਸਪੀਟਲ ਦੇ ਕੋਲ ਹੈ, ਜਾਂ ਸਰੀ ਹਸਪੀਟਲ ਵਿੱਚ ਸਪੈਸ਼ਲ ਸਾਈਕੈਟ੍ਰਿਕ ਯੂਨਿਟ ਅਸਾਈਨ ਕੀਤਾ ਹੋਇਆ ਜਿਹੜਾ ਐਡਿਕਸ਼ਨਸ ਦੇ ਨਾਲ ਡੀਲ ਕਰ ਰਿਹਾ ਹੈ, ਉਹ ਵੀ ਮਿਨਿਸਟਰ ਡਾਰਸੀ ਨੇ ਆਉਣ ਤੋਂ ਬਾਅਦ ਉਹ ਬਣਿਆ ਹੈਗਾ। ਪਲੱਸ ਜਿਹੜਾ ਸਾਊਥ ਏਸ਼ੀਅਨ ਇੱਕ ਮੈਂਟਲ ਹੈਲਥ ਅਲਾਇੰਸ ਬਣਾਇਆ ਜਿਹਦੀ ਫੰਡਿੰਗ ਸਾਡੀ ਸਰਕਾਰ ਦਿੰਦੀ ਹੈ, ਥੋੜੀ ਫੰਡਿੰਗ, ਕਿ ਜਿਹਦੇ ਨਾਲ ਅਵੇਅਰਨੈਸ ਕਮਿਊਨਿਟੀ ਵਿੱਚ ਆ ਸਕੇ। ਵੱਧ ਤੋਂ ਵੱਧ ਲੋਕੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਲੋਕਾਂ ਨੂੰ ਅਜੇ ਵੀ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ, ਅਜੇ ਵੀ ਬਹੁਤ ਜ਼ਿਆਦਾ ਮਿਸਕਨਸੈਪਸ਼ਨਸ ਹੈ। ਵੱਧ ਤੋਂ ਵੱਧ ਉਹ ਇਨਫੋਰਮੇਸ਼ਨ ਜਿਹੜੇ ਉਹ ਗਰੁੱਪ ਹੈ, ਉਹ ਯੰਗ ਜਿਹੜੇ ਯੂਥ ਦੇ ਗਰੁੱਪਸ ਹੈ, ਉਹ ਲੋਕਾਂ ਦੀ ਗੈਦਰਿੰਗ 'ਚ ਜਾ ਕੇ ਲੋਕਾਂ ਨੂੰ ਦੱਸਦੇ ਹੈ ਕਿ ਵਟ ਇਟ ਇਜ਼, ਉਹਦਾ ਜਿਹੜਾ ਡੀਸਟਿਗਮੇਟਾਈਜ਼ ਕਰਨ ਦੀ ਜਿਹੜੀ ਪ੍ਰੋਸੈਸ ਹੈ, ਐਫਰਟ ਹੈ, ਉਹ ਕੀਤੀ ਜਾ ਰਹੀ ਹੈ। ਔਰ ਪਿਛਲੇ ਦਿਨਾਂ ਵਿੱਚ ਜਿਹੜੀ ਇੱਕ ਬਹੁਤ ਹੀ ਇੰਪੋਰਟੈਂਟ ਅਨਾਊਂਸਮੈਂਟ ਹੋਈ ਉਹ ਫਾਊਂਡਰੀ ਦੀ ਹੋਈ ਸੀਗੀ। 8 ਫਾਊਂਡਰੀਜ਼ ਅਨਾਊਂਸ ਕੀਤੀਆਂ ਗਈਆਂ ਸੀਗੀਆਂ ਤੇ ਫਾਊਂਡਰੀਜ਼ ਦਾ ਕੰਮ ਹੈਗਾ ਜਿਹੜਾ 12 ਤੋਂ 24 ਸਾਲ ਦਾ ਜਿਹੜਾ ਯੂਥ ਹੈਗਾ ਹੂਜ਼ ਡੀਲਿੰਗ ਵਿਦ ਮੈਂਟਲ ਹੈਲਥ ਐਡਿਕਸ਼ਨ ਇਸ਼ੂਜ਼, ਉਹਨਾਂ ਨੂੰ ਇੱਕ ਇਟ ਇਜ਼ ਦੇਅਰ ਅ ਵਨ ਸਟਾਪ ਜਗ੍ਹਾ ਜਿੱਥੇ ਉਹਨਾਂ ਨੂੰ ਸਾਰੇ ਰਿਸੋਰਸਿਸ ਮਿਲਣਗੇ ਉਹਨਾਂ ਦੀ ਆਪਣੀ ਹੈਲਪ ਲਈ, ਬੇਸ਼ੱਕ ਉਹ ਮੈਂਟਲ ਹੈਲਥ ਐਡਿਕਸ਼ਨ ਦੇ ਜਾਂ ਉਹਨਾਂ ਦੇ ਕੋਈ ਪਰਸਨਲ ਜਿਹੜੀ ਫਿਜ਼ੀਕਲ ਹੈਲਥ ਨੂੰ ਲੈ ਕੇ ਜਾਂ ਉਹਨਾਂ ਨੂੰ ਆਪਣੇ ਸਾਈਕੋਲੋਜੀਕਲ ਇਸ਼ੂਜ਼ ਕੋਈ ਵੀ ਹੈਗੇ, ਉੱਥੇ ਉਹਨਾਂ ਨੂੰ ਵਨ ਸਟਾਪ ਪਲੇਸ ਜਿੱਥੇ ਦੇ ਕੈਨ ਸੀਕ ਆਲ ਦਿਸ ਹੈਲਪ। ਸੋ ਇਸ ਦੇ ਨਾਲ ਜੇ ਆਪਣੇ ਜਿੰਨੇ ਵੀ ਵਿਊਅਰਸ ਹੈ, ਇਫ ਦੇ ਡੋਂਟ ਹੈਵ ਅ ਕਲੀਅਰ ਡਾਇਰੈਕਸ਼ਨ, ਜੇ ਉਹਨਾਂ ਨੂੰ ਪਤਾ ਤੁਹਾਡੇ ਆਫਿਸ ਨੂੰ ਉਹ ਕੰਟੈਕਟ ਕਰ ਸਕਦੇ। ਬਿਲਕੁਲ, ਕਦੀ ਵੀ ਮੈਂ ਤਾਂ ਕਹੂੰਗੀ ਕਿ ਨਾਟ ਜਸਟ ਫॉर ਦਿਸ ਇਸ਼ੂ, ਕਦੀ ਵੀ ਕੋਈ ਵੀ ਵਿਊਅਰਸ ਨੂੰ ਕੋਈ ਵੀ ਮਸਲਾ ਹੈਗਾ ਉਹਨਾਂ ਨੂੰ, ਕਿਉਂਕਿ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਸਾਨੂੰ ਜਾਂ ਉਹਦੇ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ ਵੇਅਰ ਟੂ ਗੋ, ਤੁਸੀਂ ਆਪਣੇ ਇਲਾਕੇ ਦੇ ਕਿਸੇ ਵੀ MLA ਨੂੰ ਫੋਨ ਕਰਕੇ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹੈਗੇ ਹੋ ਐਂਡ ਦੇ ਕੈਨ ਗਿਵ ਯੂ ਆਲ ਦ ਰਿਸੋਰਸਿਸ। ਸੋ ਚਲੋ ਥੋੜਾ ਜਿਹਾ ਆਪਾਂ ਗੇਅਰ ਸ਼ਿਫਟ ਕਰੀਏ ਤੇ ਤੁਸੀਂ ਹੁਣੇ ਰੀਸੈਂਟਲੀ ਜਿਹੜੀ ਕਮੇਟੀ ਇਹਨਾਂ ਨੇ ਸਪੈਸ਼ਲ ਕਮੇਟੀ ਰਿਫਾਰਮਿੰਗ ਦਾ ਪੁਲਿਸ ਐਕਟ ਤੇ ਤੁਹਾਨੂੰ ਉਸ ਤੇ ਅਪਾਇੰਟ ਕੀਤਾ ਆ ਐਂਡ ਇਹਦੇ ਨਾਲ ਮਿਲਦਾ ਜੁਲਦਾ ਜਿਹੜਾ ਮੁੱਦਾ ਹੈਗਾ ਸਿਸਟੈਮਿਕ ਰੇਸਿਜ਼ਮ ਦਾ ਐਂਡ ਇਟਸ ਗੋਇੰਗ ਔਨ ਫॉर years and years, centuries, and and a very sad part, our southern brothers in USA after George Floyd, that the police officer will sit on his neck for close to 9 minutes and he yelled 20 times, I can't breathe, I can't breathe. So ਤੁਸੀਂ ਪਹਿਲਾਂ ਤਾਂ ਸਿਸਟੈਮਿਕ ਰੇਸਿਜ਼ਮ ਦੇ ਬਾਰੇ ਤੁਹਾਡੇ ਵਿਊਜ਼ ਦੱਸੋ ਤੇ ਫਿਰ ਆਪਾਂ ਗੱਲ ਕਰਦੇ ਹਾਂ ਪੁਲਿਸ ਜਿਹੜਾ ਇਹ ਐਕਟ ਜਿਹੜਾ ਰਿਫਾਰਮ ਹੋਣਾ ਆ ਇਸ ਦੇ ਬਾਰੇ ਗੱਲਬਾਤ। ਬਿਲਕੁਲ, ਤੁਸੀਂ ਬਹੁਤ ਹੀ ਜਿਹੜਾ ਇੱਕ ਟਾਈਮਲੀ ਇਸ਼ੂ ਦੀ ਗੱਲ ਕੀਤੀ ਹੈਗੀ ਹੈ। ਸਿਸਟੈਮਿਕ ਰੇਸਿਜ਼ਮ ਅਸੀਂ ਸਾਰੇ ਜਾਣਦੇ ਹਾਂ ਸੀ ਜੇ ਭਾਜੀ ਕਿ ਇਟ ਹੈਜ਼ ਆਲਵੇਜ਼ ਐਗਜ਼ਿਸਟਡ। ਲੋਕੀ ਬਹੁਤ ਜ਼ਿਆਦਾ ਇਸ ਗੱਲ ਨੂੰ ਕਹਿੰਦੇ ਸੀ ਕਿ ਕੈਨੇਡਾ ਬੀਇੰਗ ਸੱਚ ਅ ਮਲਟੀਕਲਚਰਲ ਕੰਟਰੀ, ਅਸੀਂ ਬਹੁਤ ਜ਼ਿਆਦਾ ਸਾਡੇ ਵਰਗੇ ਲੋਕੀ ਜਿਹੜੇ ਮੇਰੇ ਵਾਂਗੂ ਨਜ਼ਰ ਆਉਂਦੇ ਹੈ, ਅਸੀਂ ਬਹੁਤ ਜ਼ਿਆਦਾ ਪੋਲੀਟੀਸ਼ੀਅਨਸ ਲੈਜਿਸਲੇਚਰ 'ਚ ਭੇਜੇ ਹੈ ਜਾਂ ਅਸੀਂ ਪਾਰਲੀਮੈਂਟ 'ਚ ਭੇਜਦੇ ਹਾਂ ਤੇ ਰੇਸਿਜ਼ਮ ਡਜ਼ ਨਾਟ ਐਗਜ਼ਿਸਟ ਇਨ ਕੈਨੇਡਾ ਐਂਡ ਦਿਸ ਇਜ਼ ਅ ਹਿਊਜ ਮਿਸਕਨਸੈਪਸ਼ਨ। ਔਰ ਮੈਂ ਤੁਹਾਡੇ ਵਿਊਅਰਸ ਨੂੰ ਇਹ ਗੱਲ ਕਹਿਣਾ ਚਾਹੂੰਗੀ, ਦ ਪਲੈਟਫਾਰਮ ਦੈਟ ਆਈ ਐਮ ਸਿਟਿੰਗ ਇਨ ਇਟਸ ਅ ਪਲੈਟਫਾਰਮ ਆਫ ਪ੍ਰਿਵਿਲੇਜ, ਪਰ ਇਹਦੇ ਲਈ ਕਿੰਨੀ ਜ਼ਿਆਦਾ ਘਾਲਨਾ ਹੋਈ ਹੈ ਸਾਡੇ ਬਜ਼ੁਰਗਾਂ ਨੇ ਜਿਹੜੀ ਕੀਤੀ ਹੈ। ਇਟਸ ਵੈਰੀ ਇੰਪੋਰਟੈਂਟ ਟੂ ਰਿਮੈਂਬਰ ਦੈਟ। ਇਹੀ ਉਹ ਮੁਲਕ ਹੈਗਾ ਜਿੱਥੇ ਕਾਮਾਗਾਟਾ ਮਾਰੂ ਵਰਗਾ ਗੱਲ ਹੁੰਦੀ ਹੈ, ਜਿੱਥੇ ਚਾਈਨੀਜ਼ ਹੈਡ ਟੈਕਸ ਹੁੰਦਾ ਹੈ, ਜਿੱਥੇ ਜੈਪਨੀਜ਼ ਕੈਨੇਡੀਅਨਸ ਦੇ ਨਾਲ ਤਰਾਸਦੀ ਹੁੰਦੀ ਹੈ।
ਤੇ 100 ਸਾਲ ਬਾਅਦ ਡੈਫੀਨੇਟਲੀ ਉਹਦੀ ਮਾਫੀ ਮੰਗੀ ਗਈ ਹੈ, ਪਰ ਹੈ ਕਿ ਅਸੀਂ ਵੀ ਡੋਂਟ ਵਾਂਟ ਕਿ 100 ਸਾਲ ਲੱਗਣ ਕੋਈ ਵੀ ਚੀਜ਼ ਦਾ, ਜਦ ਕੋਈ ਗਲਤ ਗੱਲ ਹੋਵੇ ਤੇ 100 ਸਾਲ ਬਾਅਦ ਉਹਦੀ ਮਾਫੀ ਮੰਗੀ ਜਾਵੇ। ਵੀ ਆਰ ਲਿਵਿੰਗ ਇਨ ਅ ਸੋਸਾਇਟੀ ਜਿੱਥੇ ਕਿ ਬਹੁਤ ਜ਼ਿਆਦਾ ਜਿਹੜਾ ਜਾਰਜ ਫਲੋਇਡ ਵਾਲਾ ਤੁਸੀਂ ਜਿਹੜਾ ਹਾਦਸੇ ਦੀ ਗੱਲ ਕਰ ਰਹੇ ਹੈਗੇ ਹੋ, ਜਾਰਜ ਫਲੋਇਡ ਵਰਗੇ ਕਿੰਨੇ ਹੀ ਮੌਤਾਂ ਹੋਈਆਂ ਔਰ ਕਿੰਨੀ ਦੇਰ ਤੋਂ ਹੋ ਰਹੀਆਂ, ਨਾਟ ਜਸਟ ਇਨ US, ਦੇ ਹੈਵ ਬੀਨ ਹੈਪਨਿੰਗ ਇਨ ਕੈਨੇਡਾ ਐਜ਼ ਵੈਲ, ਪਰ ਨਾਓ ਇਟ ਇਜ਼ ਬਿਕੋਜ਼ ਆਫ ਆਵਰ ਸੋਸ਼ਲ ਮੀਡੀਆ। ਉਹ ਸਾਰਾ ਕੁਝ ਟੇਪ ਹੋ ਜਾਂਦਾ ਹੈ, ਸਾਰਾ ਕੁਝ ਪਬਲਿਕ ਕੋਲ ਜ਼ਿਆਦਾ ਉਹਦਾ ਐਕਸੈਸ ਹੋ ਜਾਂਦਾ ਹੈ ਤੇ ਉਹਦੇ ਤੇ ਆਊਟਕ੍ਰਾਈ ਵੀ ਥੋੜੀ ਜ਼ਿਆਦਾ ਹੁੰਦੀ ਹੈ। We saw a big movement emerging after that, Black Lives Matter. Indigenous ਲੋਕਾਂ ਦੀ ਮੈਂ ਜਦ ਗੱਲ ਕਰੂੰਗੀ ਇੱਥੇ, ਜਿਹੜੇ ਕਿ ਇੱਥੋਂ ਦੇ ਮੂਲ ਵਾਸੀ ਹੈ, ਉਹਨਾਂ ਨਾਲ ਤਰਾਸਦੀ ਹੁੰਦੇ ਤਾਂ ਮੇਰੇ ਖਿਆਲ ਕਿ ਸੈਂਚਰੀਜ਼ ਉਹਨਾਂ ਲਈ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਦਾ ਮੁਲਕ, ਪਰ ਉਹਨਾਂ ਨੂੰ ਇੱਕ ਬਿਲਕੁਲ ਇੱਕ ਸਾਈਡਲਾਈਨ ਕਰਕੇ ਤੇ ਉਹਨਾਂ ਨਾਲ ਅੱਜ ਵੀ ਇਸ ਟਾਈਮ ਤੇ ਵੀ ਵੀ ਸੀ ਕਿ that is one of the most marginalized groups in Canada. ਸੋ ਮੇਰਾ ਇਸ ਚੀਜ਼ ਵੱਲ ਰੇਸਿਜ਼ਮ ਨੂੰ ਲੈ ਕੇ ਜਾਂ ਹਿਊਮਨ ਰਾਈਟਸ ਨੂੰ ਲੈ ਕੇ ਰੁਝਾਨ ਸ਼ੁਰੂ ਤੋਂ ਸੀਗਾ। ਦ ਕਾਈਂਡ ਆਫ ਬੈਕਗਰਾਊਂਡ ਆਈ ਕਮ ਫਰੋਮ, ਜਿਹੜੀ ਫੈਮਿਲੀ ਬੈਕਗਰਾਊਂਡ ਹੈ, ਜਾਂ ਮੇਰਾ ਆਪਣਾ ਪਰਸਨਲ ਇੰਟਰਸਟ ਇਸ ਚੀਜ਼ ਬਾਰੇ ਬਹੁਤ ਜ਼ਿਆਦਾ। ਔਰ ਜਦ ਮੈਂ ਸਪੈਸ਼ਲੀ ਜਦੋਂ ਇਲੈਕਟ ਹੋਈ, ਔਰ ਕਈ ਵਾਰ ਹੋ ਜਾਂਦਾ ਹੈ ਕਿ ਜਦ ਤੁਸੀਂ ਇਲੈਕਟ ਹੋ ਜਾਂਦੇ ਹੋ, ਜਿਵੇਂ ਮੈਂ ਪਹਿਲਾਂ ਕਿਹਾ, ਇਟਸ ਅ ਮੂਮੈਂਟ ਆਫ ਆਨਰ ਫॉर ਮੀ। ਉਹ ਜਿਹੜੇ ਬਜ਼ੁਰਗ ਜਿਨ੍ਹਾਂ ਲਈ ਜਿੱਥੇ ਫੈਸਲੇ ਕੀਤੇ ਗਏ ਸੀਗੇ ਕਿ ਸਾਡੇ ਵਰਗੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਜਾਂ ਸਾਡੇ ਤੋਂ ਵੋਟ ਲੈਣ ਦਾ ਹੱਕ ਲੈ ਲਿਆ ਜਾਵੇ, ਉਹਨਾਂ ਕੁਰਸੀਆਂ ਤੇ ਬਹਿ ਕੇ ਆਈ ਵਾਸ ਸਿਟਿੰਗ। ਸੋ ਇਟਸ ਅ ਬਿਗ ਮੂਵਮੈਂਟ ਫॉर ਮੀ, ਇਟਸ ਅ ਪ੍ਰਿਵਿਲੇਜ ਐਂਡ ਆਈ ਗੈਟ ਇਟ। ਪਰ ਮੈਂ ਕਹੂੰਗੀ ਕਿ ਕੱਲੀ ਰਚਨਾ ਸਿੰਘ ਨਹੀਂ ਉੱਥੇ ਗਈ। ਰਚਨਾ ਨੂੰ ਉੱਥੇ ਭੇਜਣ ਲਈ ਸਾਡੇ ਬਜ਼ੁਰਗਾਂ ਦੀ, ਸਾਡੇ ਪਾਇਨੀਅਰਸ ਦੀ, ਔਰ ਤੁਸੀਂ ਤਾਂ ਆਪ ਜਿਹੜੇ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ, ਯੋਰ ਫੈਮਿਲੀ ਬੈਕਗਰਾਊਂਡ ਹੈਜ਼ ਦੋਜ਼ ਪਾਇਨੀਅਰਸ ਜਿਨ੍ਹਾਂ ਨੇ ਬਹੁਤ ਅਰਲੀ ਔਨ ਆਏ ਇੱਥੇ ਕੈਨੇਡਾ ਵਿੱਚ, ਤੇ ਉਹਨਾਂ ਨੇ ਜਿਹੜੀ ਜਦੋਜਹਿਦ ਕੀਤੀ ਉਹਦਾ ਤਾਂ ਅਸੀਂ ਇਮੈਜੀਨੇਸ਼ਨ ਵੀ ਨਹੀਂ ਕਰ ਸਕਦੇ। ਜਿਹੜਾ ਬਲੈਕ ਐਂਡ ਵਾਈਟ ਰੇਸਿਜ਼ਮ ਉਹਨਾਂ ਨੇ ਹੰਢਾਇਆ, ਅੱਜ ਕੱਲ੍ਹ ਦਾ ਯੂਥ ਜਾਂ ਅੱਜ ਕੱਲ੍ਹ ਦੇ ਲੋਕੀ ਉਹਦਾ ਅੰਦਾਜ਼ਾ ਵੀ ਨਹੀਂ ਕਰ ਸਕਦੇ ਵਟ ਦੋਜ਼ ਪੀਪਲ ਵੈਂਟ ਥਰੂ। ਸੋ ਆਈ ਅੰਡਰਸਟੈਂਡ ਮਾਈ ਪ੍ਰਿਵਿਲੇਜ, ਪਰ ਉਸ ਪ੍ਰਿਵਿਲੇਜ ਦੇ ਨਾਲ ਮੇਰੇ ਤੇ ਜਿਹੜੀ ਰਿਸਪੌਂਸਿਬਿਲਿਟੀ ਹੈ, ਮੈਂ ਉਸ ਨੂੰ ਵੀ ਬਹੁਤ ਹੀ ਚੰਗੀ ਤਰ੍ਹਾਂ ਸਮਝਦੀ ਹਾਂ। ਔਰ ਮੈਂ ਚਾਹੂੰਗੀ ਕਿ ਜੇ ਚੇਂਜਸ, ਮੇਰੇ ਵਰਗਾ ਬੰਦਾ ਰੇਸਿਜ਼ਮ ਤੇ ਗੱਲ ਨਹੀਂ ਕਰੇਗਾ ਜਾਂ ਉਹਦੇ ਤੇ ਜਿਹੜੀ ਚੇਂਜਸ ਲਿਆਉਣ ਦੀ ਲੋੜ ਹੈ ਉਹਨੂੰ ਨਹੀਂ ਅੱਗੇ ਲੈ ਕੇ ਆਏਗਾ, ਆਈ ਥਿੰਕ ਆਈ ਵੁੱਡ ਬੀ ਡੂਇੰਗ ਇਨਜਸਟਿਸ ਨਾਟ ਟੂ ਮਾਈ ਓਨ ਸੈਲਫ ਬਟ ਟੂ ਦ ਫਿਊਚਰ ਜਨਰੇਸ਼ਨਸ ਜਿਹੜੀ ਮੇਰੀ ਥਾਂ ਲੈਣਗੀਆਂ। ਸੋ ਰਚਨਾ ਜੀ, ਸੋ ਇਹ ਤਾਂ ਆਪਣਾ ਇੰਬੈਡਡ ਜਿਹੜੀ ਹੈਗੀ ਹੈ, ਜਿਹੜੀ ਪ੍ਰੋਬਲਮ ਹੈ ਫॉर ਥਾਊਜ਼ੈਂਡਸ ਆਫ ਈਅਰਸ, ਐਂਡ ਸੋ ਨਾਓ ਇਟਸ ਕਮਿੰਗ ਆਊਟ। ਸੋ ਇਸ ਦੇ ਤੁਸੀਂ ਜਦੋਂ ਗੱਲਬਾਤ ਕਰਦੇ ਆ, ਤੁਸੀਂ ਟੇਬਲ ਤੇ ਬੈਠੇ ਆ, ਆਪਦੇ ਕਲੀਗਸ ਨਾਲ ਗੱਲ ਕਰਦੇ ਆ, ਕੀ ਇਸ ਦੇ ਸੋਲੂਸ਼ਨਸ ਹੈਗੇ ਇਸ ਚੀਜ਼ ਦੇ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਸੀਜੇ ਭਾਜੀ ਕਿ ਸਭ ਤੋਂ ਪਹਿਲਾਂ ਤਾਂ ਐਕਨੋਲਜਮੈਂਟ ਬਹੁਤ ਲੋੜ ਹੈ। ਜਿਵੇਂ ਮੈਂ ਕਿਹਾ ਕਿ ਕੈਨੇਡਾ ਬਾਰੇ ਕਈ ਵਾਰ ਲੋਕੀ ਭੁਲੇਖੇ 'ਚ ਆ ਜਾਂਦੇ ਹੈ, ਕਿਉਂਕਿ ਕੈਨੇਡਾ ਨੇ ਬਹੁਤ ਕੁਝ ਦਿੱਤਾ ਹੈ। ਸਾਡੇ ਵਰਗੇ ਇਮੀਗ੍ਰੈਂਟਸ ਨੂੰ ਤਾਂ ਅਸੀਂ ਆਪਣੀ ਦੁਨੀਆ ਬਣਾਈ ਹੈ, ਇੱਥੇ ਆਪਣੀ ਜ਼ਿੰਦਗੀ ਬਣਾਈ ਹੈ, ਅਸੀਂ ਬਹੁਤ ਤਰੱਕੀਆਂ ਕੀਤੀਆਂ ਔਰ ਸਾਨੂੰ ਮਾਣ ਹੈ ਉਹਨਾਂ ਤਰੱਕੀਆਂ ਦਾ। ਔਰ ਸਭ ਤੋਂ ਪਹਿਲਾਂ ਜਦ ਅਸੀਂ ਰੇਸਿਜ਼ਮ, ਮੈਂ ਇੱਕ ਐਗਜ਼ਾਮਪਲ ਦਊਂਗੀ ਕਿ ਥੋੜ੍ਹੇ ਸਾਲ ਪਹਿਲਾਂ ਜਦੋਂ ਸਾਊਥ ਆਫ ਦਾ ਬਾਰਡਰ ਜਦ ਡੋਨਲਡ ਟਰੰਪ ਇਲੈਕਟ ਹੋਇਆ ਤੇ ਰੇਸਿਜ਼ਮ, ਵਾਈਟ ਸੁਪਰੀਮੇਸੀ ਦਾ ਬਹੁਤ ਬੋਲਬਾਲਾ ਹੋ ਰਿਹਾ ਸੀਗਾ US ਦੇ ਵਿੱਚ। ਉਹਦਾ ਕੈਨੇਡਾ ਵਿੱਚ ਵੀ ਸਾਨੂੰ ਉਹਦੇ ਅੰਸ਼ ਨਜ਼ਰ ਆ ਰਹੇ ਸੀਗੇ। ਬੇਸ਼ੱਕ ਉਹ ਫਲਾਇਰਸ ਸੁੱਟੇ ਜਾ ਰਹੇ ਸੀਗੇ ਜਾਂ ਸਵਾਸਤਿਕ ਦੇ ਸਾਈਨ ਲਾਏ ਜਾ ਰਹੇ ਸੀ ਲੋਕਾਂ ਦੇ ਘਰਾਂ ਵਿੱਚ। ਸੋ ਆਈ ਡਿਡ ਅ ਟਾਊਨ ਹਾਲ ਜਸਟ ਬਿਫੋਰ ਆਈ ਗॉट, ਥੋੜੇ ਮੈਂ ਅਜੇ ਇਲੈਕਟ ਨਹੀਂ ਹੋਈ ਸੀਗੀ, ਉਸ ਤੋਂ ਪਹਿਲਾਂ ਮੈਂ ਟਾਊਨ ਹਾਲ ਕੀਤਾ ਤੇ ਕਈ ਲੋਕੀ ਮੇਰੇ ਆਪਣੇ ਦੋਸਤ ਜਿਹੜੇ ਆਪਣੇ ਕਮਿਊਨਿਟੀ ਦੇ ਹੈ, ਉਹਨਾਂ ਨੇ ਮੈਨੂੰ ਕਿਹਾ, ਨਹੀਂ ਰਚਨਾ, there's no need in Canada, we don't have this issue. ਰਚਨਾ ਜੀ, ਸੌਰੀ ਟੂ ਇੰਟਰਪਟ ਯੂ, ਕਾਲ ਲੈ ਲਈਏ। Sure. ਹਾਂਜੀ ਕਾਲਰ, ਤੁਸੀਂ ਲਾਈਨ ਤੇ ਹੋਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰਚਨਾ ਜੀ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਕ ਬਹੁਤ ਆਲਰੇਡੀ ਸੇਫ ਸੀਟ ਤੋਂ ਇਲੈਕਟ ਹੋਏ ਸੀ। ਮੈਂ ਵੀ ਗ੍ਰੀਨ ਟਿੰਬਰ ਏਰੀਆ ਦਾ ਹੀ ਰੈਜ਼ੀਡੈਂਟ ਹਾਂ, ਤੇ ਇਸ COVID-19 ਦੇ ਵਿੱਚ ਜਿਹੜਾ ਇਸ ਰਾਈਡਿੰਗ ਦੇ ਵਿੱਚੋਂ ਤੁਹਾਡਾ ਵਿਚਰਨਾ ਸੀ, ਉਹ ਬਹੁਤ ਹੀ ਇੱਕ ਹਿਡਨ ਰਿਹਾ। ਤੁਸੀਂ ਕਿਤੇ ਵੀ ਕੋਈ ਇੱਦਾਂ ਦੀ ਮੈਂ ਨਹੀਂ ਸੁਣਿਆ, ਮੈਂ ਤੁਹਾਨੂੰ ਫੋਲੋ ਵੀ ਕਰਦਾ ਵੀ ਤੁਸੀਂ ਕਿਸੇ ਫੇਥ ਕਮਿਊਨਿਟੀ ਦੇ ਨਾਲ ਜਾਂ ਕੋਈ ਵਲੰਟੀਅਰਸ ਗਰੁੱਪ ਦੇ ਨਾਲ ਜਾਂ ਕਿਸੇ ਹੋਰ ਵੀ ਸੁਸਾਇਟੀਜ਼ ਦੇ ਨਾਲ ਤੁਸੀਂ ਇੰਟਰੈਕਸ਼ਨ ਦੇ ਵਿੱਚ ਹੋ, ਜਾਂ ਉਹਨਾਂ ਨੂੰ ਕੁਛ ਤੁਸੀਂ ਹੱਲਾਸ਼ੇਰੀ ਦਿੱਤੀ ਹੋਵੇ, ਜਾਂ ਈਵਨ ਦੋ ਉਹਨਾਂ ਦਾ ਰੈਪਰੈਜ਼ੈਂਟੇਟਿਵ ਹੋਣ ਤੋਂ ਬਾਵਜੂਦ ਵੀ ਤੁਸੀਂ ਉਹਨਾਂ ਨੂੰ ਕਿਸੇ ਹਾਈਲਾਈਟ ਕੀਤਾ ਹੋਵੇ। ਤੁਹਾਡੀ ਇੱਕ ਰਾਈਡਿੰਗ ਬਹੁਤ ਜ਼ਿਆਦਾ ਵਧੀਆ ਰਾਈਡਿੰਗ ਹੈ ਸਰੀ ਦੀ। ਸੋ ਐਨੇ ਕੁਆਇਟ ਕਿਉਂ ਹੋ ਤੁਸੀਂ, ਦੱਸੋਗੇ ਪਲੀਜ਼?
ਭਾਜੀ ਆਈ'll ਟੇਕ ਯੋਰ ਕ੍ਰਿਟਿਸਿਜ਼ਮ ਬਟ ਆਈ ਡੋਂਟ ਥਿੰਕ ਕਿ ਮੈਂ ਕਦੀ ਵੀ ਕੁਆਇਟ ਰਹੀ ਹੈਗੀ ਹਾਂ ਆਈ ਹੈਵ ਬੀਨ ਸਾਡਾ ਆਫਿਸ ਥਰੂ ਆਊਟ ਦਾ COVID-19 ਹੈਜ਼ ਬੀਨ ਓਪਨ ਜੇ ਤੁਸੀਂ ਜੇ ਮੇਰਾ ਫੇਸਬੁੱਕ ਪੇਜ ਦੇਖੋ ਐਂਡ ਆਈ ਹੈਵ ਬੀਨ ਵੈਰੀ ਐਕਟਿਵ ਔਨ ਮਾਈ ਫੇਸਬੁੱਕ ਪੇਜ trying to get input from my constituents ਜਿਹੜੇ ਗਰੁੱਪਸ ਰਹੇ ਹੈ ਬੇਸ਼ੱਕ ਉਹ ਬਿਜ਼ਨਸ ਗਰੁੱਪਸ ਰਹੇ ਹੈ ਜਾਂ ਨਾਨ ਪ੍ਰੋਫਿਟਸ ਰਹੇ ਹੈਗੇ ਮੇਰੀ ਰਾਈਡਿੰਗ ਦੇ ਵਿੱਚ ਮੈਂ ਉਹਨਾਂ ਨਾਲ ਪੂਰਾ ਥਰੂ ਆਊਟ ਕੋਵਿਡ ਰਾਬਤਾ ਬਣਾ ਕੇ ਰੱਖਿਆ ਐਂਡ ਜੇ ਮੇਰੇ ਆਫਿਸ ਵੱਲੋਂ ਨਿਊਜ਼ ਲੈਟਰ ਜਾਂਦੇ ਰਹੇ ਹੈਗੇ ਹਰ ਘਰ ਵਿੱਚ ਹਰ ਕਨਸਟੀਚੁਐਂਸੀ ਵਿੱਚ highlighting all the resources that governments have brought in ਉਹ ਹਰ ਘਰ ਵਿੱਚ ਗਏ ਹੈ it has not ਉਹਨਾਂ ਨੇ ਕੋਈ ਸਿੰਗਲ ਆਊਟ ਨਹੀਂ ਕੀਤਾ so I thought ਕਿ we were trying to reach out to the community in best possible way you know that we were going through a pandemic ਜਿਹਦੇ ਵਿੱਚ face to face ਜਿਹੜੀ ਇੰਟਰੈਕਸ਼ਨਸ ਥੋੜੀਆਂ ਜੀਆਂ ਔਖੀਆਂ ਸੀਗੀਆਂ ਉਸ ਟਾਈਮ ਦੇ ਵਿੱਚ ਪਰ any concern that you have my constituency office is open and I am open to have any kind of conversation. Thank you, Mr. Walia. So, ਇਹ ਵੀ ਜ਼ਰੂਰੀ ਹੈ ਪੋਲੀਟੀਕਲ ਲਾਈਫ ਹੋਵੇ ਜਰਨਲਿਜ਼ਮ ਹੋਵੇ ਯੂ ਨੋ ਐਂਡ ਪੀਪਲ ਹੈਵ देयर ਕੰਸਰਨ ਦੇ ਕੈਨ ਰੇਜ਼ देयर ਵੌਇਸ ਸੋ ਕਾਲਰਸ ਤੁਸੀਂ ਕਾਲ ਕਰਕੇ ਜਿਵੇਂ ਪਹਿਲੇ ਕਾਲਰ ਨੇ ਕੁਐਸਚਨ ਪੁੱਛਿਆ ਥੈਂਕ ਯੂ ਵੈਰੀ ਮੱਚ ਤੁਸੀਂ ਵੀ ਇਹਨਾਂ ਨੂੰ ਡਾਇਰੈਕਟ ਕੁਐਸਚਨ ਕਰ ਸਕਦੇ ਹੋ ਜਿਹੜਾ ਪੋਲੀਟੀਸ਼ੀਅਨ ਹੈ ਜਿਵੇਂ ਇਹਨਾਂ ਨੇ ਦੱਸਿਆ ਆ ਇਟਸ ਨਾਟ ਅ ਪ੍ਰਿਵਿਲੇਜ ਆਲਸੋ ਅ ਰਿਸਪੌਂਸਿਬਿਲਿਟੀ ਜਿਹੜਾ ਕਿ ਉਹਨਾਂ ਦੇ ਆਪਣੇ ਕਨਸਟੀਟਿਊਐਂਟਸ ਹੈ ਜਾਂ ਬ੍ਰਿਟਿਸ਼ ਕੋਲੰਬੀਅਨਸ ਹੈ ਉਹਨਾਂ ਦੀ ਗੱਲਾਂ ਦਾ ਜਵਾਬ ਦੇਣਾ ਸੋ ਆਪਾਂ ਰੇਸਿਜ਼ਮ ਇਸ਼ੂ ਤੇ ਸੀਗੇ ਐਂਡ ਉਸ ਤੇ ਆਪਣੀ ਗੱਲਬਾਤ ਚੱਲ ਰਹੀ ਸੀ ਤੇ ਉਹਦੇ ਨਾਲ ਹੀ ਹੁਣ ਪੁਲਿਸ ਜਿਹੜੇ ਰਿਫਾਰਮ ਐਕਟ ਹੈਗਾ ਆ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਲੇਟਲੀ ਜਿਹੜੇ ਕੇਸਿਸ ਹੈਗੇ ਆ ਜਿਵੇਂ ਤੁਸੀਂ ਇੰਡੀਜਨਸ ਪੀਪਲ ਦਾ ਕਿਹਾ ਆਪਣੀ ਯੂ ਨੋ ਬ੍ਰਿਟਿਸ਼ ਕੋਲੰਬੀਅਨ ਲੇਡੀ ਵਾਸ ਵਿਜ਼ਿਟਿੰਗ ਐਡਮਿੰਟਨ ਉਹਨਾਂ ਨਾਲ ਜਿਹੜੀ ਹੋਈ ਐਂਡ ਦੇਰ ਆਰ ਲੋਟ ਆਫ ਕੇਸਿਸ ਹੈਪਨਿੰਗ ਇਨ ਓਨਟਾਰੀਓ ਸੋ ਉਸ ਦੇ ਬਾਰੇ ਤੁਹਾਡੇ ਕੀ ਕਮੈਂਟਸ ਹੈ ਜੀ ਮੈਂ ਤਾਂ ਜਿਹੜਾ ਰੇਸਿਜ਼ਮ ਆਪਾਂ ਬਹੁਤ ਵੱਡਾ ਇਸ਼ੂ ਆਪਾਂ ਡਿਸਕਸ ਕਰ ਰਹੇ ਹੈਗੇ ਐਂਡ ਫॉर ਆਵਰ ਪੀਪਲ ਆਈ ਥਿੰਕ ਕਿ ਜਦ ਅੱਜ ਅਸੀਂ ਡਿਸਕਸ਼ਨ ਕਰੀਏ ਤਾਂ ਇਟਸ ਵੈਰੀ ਇੰਪੋਰਟੈਂਟ ਕਿ ਇਹ ਕੋਈ ਆਈ ਡੋਂਟ ਥਿੰਕ ਇਹ ਕੋਈ ਸਡਨਲੀ ਇੱਕਦਮ ਕੋਈ ਬੰਦੇ ਦੀ ਪਰਸਨੈਲਿਟੀ ਵਿੱਚ ਕੋਈ ਇੱਕ ਉੱਚਤਾਈ ਹੋ ਜਾਂਦੀ ਹੈ ਤੇ ਰੇਸਿਜ਼ਮ ਨਿਕਲ ਆਉਂਦਾ ਹੈ ਰੇਸਿਜ਼ਮ ਬਹੁਤ ਜ਼ਿਆਦਾ ਇੰਬੈਡਡ ਹੈ ਇਨ ਦ ਸਿਸਟਮ ਐਂਡ ਦੈਟਸ ਵਾਈ ਵੀ ਕੀਪ ਔਨ ਯੂਜ਼ਿੰਗ ਦ ਟਰਮ systemic racism and it is not saying that a person is bad there can be very good human beings but still they might ਅਚਨਚੇਤ ਉਹ ਕਿਤੇ ਨਾ ਕਿਤੇ ਰੇਸਿਜ਼ਮ ਕਰ ਰਹੇ ਹੋਣਗੇ ਉਹਨਾਂ ਨੂੰ ਪਤਾ ਨਹੀਂ ਹੈਗਾ ਔਰ people get very defensive when this issue comes up so I would say ਕਿ ਟੂ ਐਕਨੋਲੇਜ ਜਦ ਆਪਾਂ ਇਹ ਗੱਲ ਜਦੋਂ ਕਾਲ ਆਈ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਟੂ ਐਕਨੋਲੇਜ ਦੈਟ ਦੇਅਰ ਇਜ਼ ਰੇਸਿਜ਼ਮ ਇਨ ਸੋਸਾਇਟੀ ਅਸੀਂ ਰਾਦਰ ਦੈਨ ਉਹਨੂੰ ਬ੍ਰਸ਼ ਕਰ ਦਈਏ ਕਿ ਰੇਸਿਜ਼ਮ ਹੈ ਨਹੀਂਗਾ ਜਾਂ ਉਹਨੂੰ ਵੀ ਥਰੋ ਇਟ ਅੰਡਰ ਦਾ ਰਗ not like that we have to be very careful to acknowledge that racism exists ਤੇ ਤਾਂ ਹੀ ਜਦ ਅਸੀਂ ਉਹਨੂੰ acknowledge ਕਰਾਂਗੇ then only then we'll be able to take the next steps to make the changes that are required. ਸੋ ਅੱਜ ਸਾਡੀ ਗੱਲ ਚੱਲ ਰਹੀ ਹੈ MLA ਰਚਨਾ ਸਿੰਘ ਫਰੋਮ ਸਰੀ ਗ੍ਰੀਨ ਟਿੰਬਰਸ ਸਾਡੀ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ 3-4 ਮਿੰਟ ਤੋਂ ਬਾਅਦ ਅਸੀਂ ਫਿਰ ਪਰਤ ਕੇ ਆਉਂਦੇ ਹਾਂ ਸਾਡੀ ਗੱਲ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਸਟੇ ਟਿਊਨਡ ਇਨ ਐਂਡ ਵੀ ਵਿਲ ਬੀ ਬੈਕ ਇਨ 4-5 ਮਿੰਟਸ ਧੰਨਵਾਦ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ CJ ਸਿੱਧੂ ਸ਼ੋਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ 7 to 8 o'clock ਤੁਹਾਡੇ ਆਪਣੀ ਕਮਿਊਨਿਟੀ ਦੇ ਕਿਸੇ ਨਾ ਕਿਸੇ ਲੀਡਰ ਨੂੰ ਪੋਲੀਟੀਸ਼ੀਅਨ ਨੂੰ ਕਮਿਊਨਿਟੀ ਐਕਟਿਵਿਸਟ ਨੂੰ ਜਾਂ ਲੇਟਲੀ ਡਾਕਟਰਸ ਨੂੰ ਤੁਹਾਡੇ ਰੂਬਰੂ ਕਰਾਈਦਾ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਦੀ ਜਿਹੜੀ ਆਪਣੇ ਸੁਵਿਧਾਵਾਂ ਜਾਂ ਫੈਸਿਲਿਟੀਜ਼ ਅਵੇਲੇਬਲ ਹੈ ਅਤੇ ਅੱਜ ਸਾਡੀ ਗੱਲ ਚੱਲ ਰਹੀ ਹੈ MLA ਰਚਨਾ ਸਿੰਘ ਜਿਹੜੇ ਕਿ ਸਰੀ ਗ੍ਰੀਨ ਟਿੰਬਰ ਨੂੰ ਰੈਪਰਜ਼ੈਂਟ ਕਰਦੇ ਹੈ ਸੋ ਆਪਣੀ ਰਚਨਾ ਦੀ ਗੱਲ ਚੱਲ ਰਹੀ ਸੀਗੀ we talk about a little bit drug addiction and then we talking about the systemic racism ਦੇ ਬਾਰੇ ਗੱਲ ਜਿਹੜੀ ਹੈਗੀ ਚੱਲ ਰਹੀ ਸੀ ਇੰਡੀਜਨਸ ਪੀਪਲ ਬਾਰੇ ਗੱਲ ਹੋਈ ਤੇ ਹੁਣ ਰੀਸੈਂਟਲੀ ਤੁਸੀਂ ਜਿਹੜੀ ਪੁਲਿਸ
ਐਕਟ ਰਿਫੋਰਮ ਜਿਹੜੀ ਕਮੇਟੀ ਹੈ ਉਹਦੇ 'ਚ ਤੁਹਾਡਾ ਅਪਾਇੰਟਮੈਂਟ ਹੋਇਆ ਤੇ ਉਸ ਕਮੇਟੀ ਦੇ ਬਾਰੇ ਦੱਸੋ ਕਿ ਕੀ ਉਹਨਾਂ ਦਾ ਮੈਂਡੇਟ ਹੈ। ਬਿਲਕੁਲ ਜੀ, ਇਹ ਕੱਲ੍ਹ ਹੀ ਕਮੇਟੀ ਜਿਹੜੀ ਹੈ ਕਿ ਅਪਾਇੰਟ ਕੀਤੀ ਜਿਹੜੇ ਸਾਡੇ ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ ਹੋਰਿਆਂ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਜਿਵੇਂ ਜਾਰਜ ਫਲੋਇਡ ਦੀ ਡੈਥ ਤੋਂ ਬਾਅਦ ਜਿਹੜੀਆਂ ਸਾਰਾ ਐਕਟਿਵਿਜ਼ਮ ਚੱਲਿਆ, ਜਿਹੜੀ ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਚੱਲੀ, ਉਹਦੇ ਤੇ ਬਹੁਤ ਜ਼ਿਆਦਾ ਕੁਐਸਚਨ ਹੋਇਆ ਕੈਨੇਡਾ ਦੇ ਵਿੱਚ ਵੀ ਕਿ ਦ ਰੇਸਿਜ਼ਮ ਐਗਜ਼ਿਸਟ ਵਿਦਿਨ ਦੀ ਪੁਲਿਸ ਆਲਸੋ। ਐਂਡ ਉਹਨੂੰ ਲੈ ਕੇ ਹੀ ਸਾਡੇ ਪ੍ਰੀਮੀਅਰ ਹਾਰਗਨ ਨੇ ਪਿਛਲੇ ਮਹੀਨੇ ਇਹ ਕਿਹਾ ਸੀਗਾ ਕਿ ਵੀ ਆਰ ਲਿਸਨਿੰਗ ਟੂ ਦ ਕਮਿਊਨਿਟੀਜ਼ ਐਂਡ ਅਸੀਂ ਇਸ ਚੀਜ਼ ਨੂੰ ਟੈਕਲ ਕਰਨ ਲਈ ਇੱਕ ਆਲ ਪਾਰਟੀ ਕਮੇਟੀ ਬਣਾਵਾਂਗੇ। ਸੋ ਦਿਸ ਇਜ਼ ਵਟ ਵਾਸ ਫਾਰਮਡ। ਉਹਦੀ ਮੈਂ ਐਜ਼ ਆਈ ਸੈਡ ਇਟ ਇਜ਼ ਐਨ ਆਲ ਪਾਰਟੀ ਕਮੇਟੀ ਜਿਹਦੇ ਵਿੱਚ 4 ਮੈਂਬਰ ਜਿਹੜੇ MLAs ਹੈਗੇ ਵਿਚ ਆਰ ਫਰੋਮ NDP, 4 ਲਿਬਰਲਸ ਦੇ ਹੈਗੇ, 1 ਗ੍ਰੀਨ ਦਾ, ਤੇ ਸਾਡੇ ਜਿਹੜੇ ਚੇਅਰ ਹੈਗੇ ਨਿਕੋਲਸ ਸਾਈਮਨਸ ਜਿਹੜੇ ਕਿ MLA ਹੈਗੇ ਪਾਵਲ ਰਿਵਰ ਸਨਸ਼ਾਈਨ ਕੋਸਟ ਤੋਂ। ਤੇ ਮੈਨੂੰ ਬਹੁਤ ਹੀ ਮਾਣ ਲੱਗਦਾ ਹੈਗਾ CJ ਭਾਜੀ ਟੂ ਬੀ ਪਾਰਟ ਆਫ ਦੈਟ ਕਮੇਟੀ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਮੇਰਾ ਬਹੁਤ ਜ਼ਿਆਦਾ ਰੁਝਾਨ ਰਿਹਾ ਹਿਊਮਨ ਰਾਈਟਸ ਤੇ ਜਿਹੜੇ ਰੇਸਿਜ਼ਮ ਦੇ ਇਸ਼ੂਜ਼ ਨੂੰ ਲੈ ਕੇ, ਤੇ ਇਹ ਬਹੁਤ ਵੱਡਾ ਟਾਸਕ ਹੋਏਗਾ ਕਮੇਟੀ ਦਾ। ਇੱਕ ਤਾਂ ਹੈ ਕਿ 45 ਸਾਲ ਹੋ ਗਏ ਜਿਹੜਾ ਸਾਡਾ ਪੁਲਿਸ ਐਕਟ ਹੈ ਉਹ ਰਿਵਿਊ ਨਹੀਂ ਹੋਇਆ ਸੀਗਾ। ਸੋ ਲੋਟ ਆਫ ਚੇਂਜਸ ਹੈਵ ਹੈਪਨਡ, ਲੋਟ ਆਫ ਇੱਕ ਉਹਨੂੰ ਕੰਟੈਂਪਰੇਰੀ ਲੈਂਸ ਤੋਂ ਦੇਖਣ ਦੀ ਲੋੜ ਹੈਗੀ ਹੈ। ਸਪੈਸ਼ਲੀ ਜਿਹੜਾ ਫੋਕਸ ਹੈਗਾ ਮੈਂਟਲ ਹੈਲਥ, ਜਿਹਦੀ ਆਪਾਂ ਪਹਿਲਾਂ ਇੰਨੀ ਜ਼ਿਆਦਾ ਆਪਾਂ ਗੱਲ ਕੀਤੀ ਹੈਗੀ ਹੈ, ਮੈਂਟਲ ਹੈਲਥ ਇਸ਼ੂਜ਼, ਹਾਰਮ ਰਿਡਕਸ਼ਨ ਦੇ ਇਸ਼ੂਜ਼ ਤੇ ਸਿਸਟੈਮਿਕ ਰੇਸਿਜ਼ਮ ਦੇ ਇਸ਼ੂਜ਼ ਨੂੰ ਲੈ ਕੇ ਉਹਦਾ ਫੋਕਸ। ਐਂਡ ਅਸੀਂ ਜਾਣਨਾ ਚਾਹਾਂਗੇ ਫਰੋਮ ਦ ਪੁਲਿਸ ਆਰਗੇਨਾਈਜੇਸ਼ਨ, ਫਰੋਮ ਦ ਕਮਿਊਨਿਟੀਜ਼, ਫਰੋਮ ਜਿਹੜੇ ਐਕਸਪਰਟਸ ਹੈਗੇ ਆ। ਅਸੀਂ ਜਿਹੜੀ ਕਮਿਊਨਿਟੀ ਦਾ ਮੈਂਡੇਟ ਆਈ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਤੋਂ ਪਤਾ ਕੀਤਾ ਜਾਏ ਕਿ ਕਿਹੜੀਆਂ ਚੇਂਜਸ ਲਿਆਉਣ ਦੀ ਲੋੜ ਹੈ। ਵੀ ਨੀਡ ਟੂ ਰੀਵਾਈਟਲਾਈਜ਼ ਇਟ। ਦਿਸ ਜਿਹੜਾ ਪੁਲਿਸ ਹੈ ਐਕਟ ਹੈ, ਜਿਹੜੀ ਪੁਲਿਸ ਹੈ, ਐਵਰੀਬਡੀ ਸ਼ੁੱਡ ਬੀ ਫੀਲਿੰਗ ਸੇਫ ਵਿਦ ਦ ਪੁਲਿਸ। ਪਰ ਅਸੀਂ ਜਾਣਦੇ ਹਾਂ ਕਿ ਜਿਹੜੇ ਮਾਰਜਨਲਾਈਜ਼ ਪੋਪੂਲੇਸ਼ਨਸ ਹੈ, ਜਿਹਨਾਂ ਵਿੱਚ ਇੰਡੀਜਨਸ ਲੋਕ, ਬਲੈਕ ਲੋਕ ਜਾਂ ਮੁਸਲਮਾਨ ਭਾਈਚਾਰਾ ਹੈਗਾ, ਉਹ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਦੇ ਡੋਂਟ ਫੀਲ ਸੇਫ ਵਿਦ ਦੈਮ, ਜਾਂ ਉਹਨਾਂ ਦਾ ਟਰਸਟ ਹੈ ਜਿਹੜਾ ਉਨਾ ਜ਼ਿਆਦਾ ਨਹੀਂ ਹੈਗਾ ਪੁਲਿਸ ਵਿੱਚ ਜਿਹੜਾ ਕਿ ਇੱਕ ਆਮ ਬੰਦੇ ਦਾ ਹੋਣਾ ਚਾਹੀਦਾ। ਸੋ ਵੀ ਆਰ ਲੁਕਿੰਗ ਇਟ ਫਰੋਮ ਦੈਟ ਲੈਂਸ। ਅਜੇ ਸਿਰਫ ਜਿਹੜੀ ਹੈ ਕਮੇਟੀ ਕਨਸਟੀਟਿਊਟ ਹੋਈ ਹੈ, ਪਰ ਮੈਂ ਜ਼ਰੂਰ ਕਹਿਣਾ ਚਾਹੂੰਗੀ ਥਰੂ ਯੋਰ ਚੈਨਲ ਕਿ ਅਸੀਂ ਚਾਹਾਂਗੇ ਕਿ ਬਹੁਤ ਵਾਰ ਹੁੰਦਾ ਕਿ ਕਮੇਟੀਜ਼ ਜਦ ਹੁੰਦੀਆਂ ਤੇ ਉਹ ਜਦ ਇੰਟਰੈਕਸ਼ਨਸ ਕਰ ਰਹੀਆਂ ਕਮਿਊਨਿਟੀਜ਼ ਦੇ ਨਾਲ, ਤੇ ਜਿਹੜਾ ਸਾਡਾ ਭਾਈਚਾਰਾ ਉਹ ਥੋੜਾ ਪਿੱਛੇ ਰਹਿ ਜਾਂਦਾ ਹੈਗਾ। ਉਹਨਾਂ ਨੂੰ ਇੱਕ ਤਾਂ ਪਤਾ ਨਹੀਂ ਹੁੰਦਾ ਕਿ ਕਿਵੇਂ ਉਸ ਕਮੇਟੀ ਦਾ ਹਿੱਸਾ ਬਣਿਆ ਜਾਵੇ, ਕਿਵੇਂ ਉਹਨਾਂ ਨਾਲ ਰਾਬਤਾ ਬਣਾਇਆ ਜਾਵੇ। ਸੋ ਆਈ ਵੁੱਡ ਰੀਅਲੀ ਸੁਜੈਸਟ ਕਿ ਵੱਧ ਤੋਂ ਵੱਧ ਮੇਰੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਮੀਡੀਆ ਤੇ ਜਾ ਕੇ ਵੱਧ ਤੋਂ ਵੱਧ ਇਹਦੀ ਇਨਫੋਰਮੇਸ਼ਨ ਦੇ ਸਕਾਂ ਕਿ ਸਾਡਾ ਭਾਈਚਾਰਾ ਵੀ, ਸਾਡੇ ਲੋਕ ਵੀ ਇਸ ਕਮੇਟੀ ਦੇ ਉਨੇ ਹੀ ਹਿੱਸੇਦਾਰ ਹੋਣ ਜਿੰਨੇ ਕਿ ਮੇਨ ਸਟ੍ਰੀਮ ਸੁਸਾਇਟੀ ਹੈ। ਸੋ ਇਹ ਬਹੁਤ ਵਧੀਆ ਉਪਰਾਲਾ ਹੈਗਾ ਆ। ਕਮੇਟੀ ਵੀ ਬੜੀ ਟਾਈਮਲੀ ਹੈਗੀ ਹੈ ਕਿਉਂਕਿ ਇਸ ਫॉर ਅ ਨੰਬਰ ਆਫ ਈਅਰਸ ਆਪਾਂ ਨੂੰ ਟਰੂਲੀ ਪਤਾ ਵੀ ਨਹੀਂ ਹੈਗਾ। ਵੀ ਨੋ ਦੈਟ ਦੇयर ਇਜ਼ ਅ ਰੇਸਿਜ਼ਮ ਐਂਡ ਉਹ ਕਿੰਨਾ ਇੰਬੈਡਡ ਹੈਗਾ ਤੇ ਕਿੰਨਾ ਡੀਪਲੀ ਹੈਗਾ। ਸੋ ਸਾਡੀਆਂ ਫੋਨ ਲਾਈਨਸ ਓਪਨ ਹੈ, ਤੁਸੀਂ ਰਚਨਾ ਸਿੰਘ ਨੂੰ ਫੋਨ ਕਰਕੇ ਤੁਸੀਂ ਆਪਦੇ ਕੁਐਸਚਨ ਪੁੱਛ ਸਕਦੇ ਹੋ। ਸੋ ਇਹ ਜਿਹੜਾ ਪੁਲਿਸ ਐਕਟ ਦੇ ਰਿਫੋਰਮ ਬਾਰੇ ਜਿਹੜੀ ਕਮੇਟੀ ਫਾਰਮ ਹੋਈ ਹੈ ਉਸ ਦੇ ਬਾਰੇ ਵੀ ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛਦੇ ਹੋ। ਹਾਲਾਂਕਿ ਇਟਸ ਜਸਟ ਓਨਲੀ 2 days, ਸੋ ਪ੍ਰੀ ਪ੍ਰੀਮੈਚੁਰ ਟੂ ਮੇਕ ਐਨੀ ਕਮੈਂਟ ਸਪੈਸੀਫਿਕਲੀ। ਪਰ ਇਨ ਜਨਰਲ ਜੇ ਆਪਾਂ ਗੱਲ ਕਰੀਏ ਰਚਨਾ ਜੀ, ਲੇਟਲੀ ਆਪਣੇ ਇੱਥੇ ਸਰੀ ਤੁਹਾਡੀ ਰਾਈਡਿੰਗ 'ਚ ਵੀ ਐਂਡ ਇਨ ਜਨਰਲ ਬੜਾ ਵਿਵਾਦ ਚੱਲਿਆ RCMP ਵਰਸਸ ਲੋਕਲ ਪੁਲਿਸ। ਸੋ ਉਸ ਦੇ ਬਾਰੇ ਪਹਿਲਾਂ ਤਾਂ ਗੱਲ ਕਰੀਏ ਵੀ ਤੁਹਾਡੇ ਉਸ ਦੇ ਬਾਰੇ ਕੀ ਖਿਆਲ ਹੈ ਜੀ। ਬਹੁਤ ਜ਼ਿਆਦਾ ਅਸੀਂ ਜਾਣਦੇ ਹਾਂ ਕਿ ਕਮਿਊਨਿਟੀ ਦਿਸ ਇਜ਼ ਐਨ ਇਸ਼ੂ ਜਿਹੜੀ ਕਿ, ਪਰ ਮੈਂ ਬਹੁਤ ਜ਼ਿਆਦਾ ਕਲੀਅਰ ਕਰਨਾ ਚਾਹੂੰਗੀ ਕਿ ਜਿਹੜੀ ਪੁਲਿਸ ਕਿਸ ਤਰ੍ਹਾਂ ਦੀ ਹੋਏਗੀ। ਪੁਲਿਸ ਐਕਟ ਹੈਗਾ ਉਹ ਸਾਰੀ ਤਰ੍ਹਾਂ ਦੀ ਪੁਲਿਸ ਨੂੰ ਮੈਨੇਜ ਕਰਦਾ। ਪੁਲਿਸ ਐਕਟ ਵਿੱਚ ਮਿਊਨਿਸਪਲ ਪੁਲਿਸ ਫੋਰਸਿਸ ਵੀ ਆਉਂਦੀਆਂ, RCMP ਵੀ ਉਹਦੇ ਵਿੱਚ ਆਉਂਦੀ ਹੈਗੀ ਹੈ, ਔਰ ਉਹਦੇ ਵਿੱਚ ਜਿਹੜੀ ਇਹ ਕਮੇਟੀ ਹੈ ਵਿਲ ਲੁੱਕ ਇਨਟੂ ਦੈਟ ਕਿ ਉਹਦੇ ਵਿੱਚ ਐਕਟ ਵਿੱਚ ਕਿਵੇਂ ਚੇਂਜਸ ਆਉਣਗੀਆਂ। ਪਰ ਕਿਵੇਂ ਦੀ ਪੁਲਿਸ ਹੋਏਗੀ ਉਹ ਐਕਟ ਹੀ ਇਹ ਕਹਿੰਦਾ ਹੈਗਾ ਕਿ ਜਿਹੜੀ ਇੱਕ ਪੁਲਿਸ ਕਿਵੇਂ ਦੀ ਹੋਏਗੀ ਉਹ ਇੱਕ ਮਿਊਨਿਸਪੈਲਿਟੀ ਦਾ ਫੈਸਲਾ ਹੈਗਾ, ਉਹ ਇੱਕ ਪ੍ਰੋਵਿੰਸ਼ੀਅਲ ਫੈਸਲਾ ਨਹੀਂ ਹੈਗਾ। ਪ੍ਰੋਵਿੰਸ ਦਾ ਫੈਸਲਾ ਓਬਵੀਅਸਲੀ ਹੈਗਾ ਕਿ ਪੁਲਿਸ ਐਕਟ ਕਿਵੇਂ ਦਾ ਹੋਏ ਤੇ ਉਹਦੀ ਵਰਤੋਂ ਕਿਵੇਂ ਕੀਤੀ ਜਾਵੇ। ਔਰ ਅਸੀਂ ਆਪਣਾ ਪ੍ਰੋਵਿੰਸ਼ੀਅਲ ਜਿਹੜਾ ਸਾਡਾ ਜਿਹੜੀ ਰਿਸਪੌਂਸਿਬਿਲਿਟੀ ਅਸੀਂ ਉਹ ਨਿਭਾ ਰਹੇ ਹਾਂ ਟੂ ਹਾਊ ਟੂ ਰਿਵਿਊ ਦ ਪੁਲਿਸ ਐਕਟ, ਹਾਊ ਟੂ ਮੇਕ ਇਟ ਮੋਰ ਕੰਟੈਂਪਰੇਰੀ, ਜਿਹੜੀਆਂ ਉਹਦੇ 'ਚ ਕੁਰੀਤੀਆਂ ਹੈਗੀਆਂ ਜਾਂ ਉਹਦੇ 'ਚ ਕੋਈ ਵੀ ਘੱਟ ਹੈ ਉਹਨੂੰ ਪੂਰਾ ਕੀਤਾ ਜਾਵੇ। ਦਿਸ ਇਜ਼ ਅ ਪ੍ਰੋਵਿੰਸ਼ੀਅਲ ਥਿੰਗ। ਪਰ ਲੋਕੀ ਬਹੁਤ ਵਾਰ ਚਾਹੁੰਦੇ ਹੈ ਕਿ ਅਸੀਂ we should make our say, we should say something about ਕਿ RCMP ਹੋਣੀ ਚਾਹੀਦੀ ਹੈ, ਕਿ ਜਿਹੜੀ ਇੰਡੀਪੈਂਡੈਂਟ ਲੋਕਲ ਪੁਲਿਸ ਹੋਣੀ ਚਾਹੀਦੀ ਹੈ। that is not our mandate, that is not ਮੇਰੇ ਖਿਆਲ ਕਿ ਮੇਰਾ ਨਾ ਹੀ ਉਹ
ਅਧਿਕਾਰ ਖੇਤਰ ਹੈਗਾ, ਨਾ ਹੀ ਮੇਰਾ ਰੋਲ ਹੈਗਾ ਟੂ ਇੰਟਰਫੇਅਰ ਇਨ deciding what kind of police a city wants. It's a municipality. It was their decision to terminate their contract with RCMP, and we were just assisting that municipality to transition into an independent municipal force. ਸੋ ਇਹ ਤਾਂ ਰਚਨਾ ਜੀ ਆਲਮੋਸਟ ਪ੍ਰੀਟੀ ਮੱਚ ਸੀਮਸ ਲਾਈਕ ਅ ਡਨ ਡੀਲ ਕਿਉਂਕਿ ਤੁਹਾਡੇ ਵੀ ਮਿਨਿਸਟਰੀ ਨੇ ਇਹਨੂੰ ਅਪਰੂਵਲ ਦਿੱਤਾ ਕਿਉਂਕਿ ਅਪਰੂਵਲ ਜ਼ਰੂਰੀ ਹੁੰਦਾ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਹਾਲਾਂਕਿ involvement in the city's decision. They put the proposal. They already, I think, form a police board to have a local police. So ਪਰ ਇਹ ਮੁੱਦਾ die down ਨਹੀਂ ਹੋਇਆ ਜੀ। ਉਹ ਜਿਹੜਾ ਪੁਲਿਸ ਬੋਰਡ ਜਿਹੜਾ ਅਪਾਇੰਟ ਹੋਇਆ 2 ਹਫ਼ਤੇ ਪਹਿਲਾਂ ਜਿਹੜਾ ਹੋਂਦ ਵਿੱਚ ਆਇਆ, ਉਹਦਾ ਕਾਰਨ ਇਹ ਹੈ ਕਿ ਇਟਸ ਇਜ਼ ਨਾਟ ਦ ਪ੍ਰੋਵਿੰਸ ਦੈਟ ਵਿਲ ਡਿਸਾਈਡ ਕਿ ਕਿਵੇਂ ਹੋਏਗਾ। ਪ੍ਰੋਵਿੰਸ ਜਿਵੇਂ ਮੈਂ ਕਿਹਾ ਕਿ ਹੈਲਪ ਕਰ ਰਿਹਾ ਹੈਗਾ ਟੂ ਸਿਟੀ ਟੂ ਟ੍ਰਾਂਜੀਸ਼ਨ, ਐਂਡ ਉਹਦਾ ਪੁਲਿਸ ਬੋਰਡ ਅਪਾਇੰਟ ਹੋਇਆ। Now the next steps, it is up to the police board to do it. ਕਿ ਉਹ ਕਿੰਨੂੰ ਪੁਲਿਸ ਚੀਫ ਲਿਆਉਣਾ ਚਾਹ ਰਹੇ ਹੈ, ਕਿ ਉਹਨਾਂ ਦੀ ਪੁਲਿਸ ਚੀਫ ਜਿਹੜਾ ਪੁਲਿਸ ਦਾ ਕਿਵੇਂ ਦੇ ਉਹਨਾਂ ਦੇ ਟਰਮਸ ਆਫ ਰੈਫਰੈਂਸ ਹੋਣਗੇ, ਕੀ ਉਹ ਚੇਂਜਸ ਦੇਖਣਾ ਚਾਹ ਰਹੇ ਹਨ ਜਿਹੜੀ ਉਹਨਾਂ ਨੂੰ ਨਹੀਂ ਨਜ਼ਰ ਆ ਰਹੀਆਂ ਸੀਗੀਆਂ ਕਿਤੇ RCMP ਦੇ ਵਿੱਚ। ਪਰ ਜਿਹੜਾ ਮੈਂ ਇੱਕ ਬਾਰ-ਬਾਰ ਜਿਹੜੀ ਗੱਲ ਕਹਿਣਾ ਚਾਹੂੰਗੀ ਕਿ ਜਿਹੜਾ ਪੁਲਿਸ ਐਕਟ ਅਸੀਂ ਜਿਹੜਾ ਰਿਵਿਊ ਕਰਾਂਗੇ, ਜਿਹੜੀਆਂ ਵੀ ਉਹਦੇ 'ਚ ਚੇਂਜਸ ਆਉਣਗੀਆਂ, ਉਹ whatever police we have, whether it is a city police, it is an RCMP police, ਉਹ ਸਾਰਿਆਂ ਤੇ ਲਾਗੂ ਹੋ ਰਹੀ ਹੈ ਉਹ ਪੁਲਿਸ ਐਕਟ, ਬਿਕੋਜ਼ ਪੁਲਿਸ ਐਕਟ is ਜਿਸ ਤਰ੍ਹਾਂ ਦੀ ਪੁਲਿਸ ਹੈਗੀ ਹੈ BC ਵਿੱਚ, ਉਹ ਸਾਰੇ ਹੈਵ ਟੂ ਅਬਾਈਡ ਬਾਈ ਦੈਟ ਪੁਲਿਸ ਐਕਟ। ਪਰ ਕਿਵੇਂ ਦੀ ਪੁਲਿਸ ਹੈ, it is a decision of the municipality. ਸੋ ਇਸ ਤੋਂ ਥੋੜਾ ਜਿਹਾ ਕਲੈਰੀਫਿਕੇਸ਼ਨ ਰਚਨਾ ਜੀ, ਕਿਉਂਕਿ ਫੈਡਰਲ ਜਿਹੜਾ ਹੈਗਾ RCMP ਕਮਸ ਅੰਡਰ ਫੈਡਰਲ ਪਲੇਟਫਾਰਮ, ਸੋ ਉਹਨਾਂ ਦਾ ਆਪਦਾ ਜਿਹੜਾ ਪੁਲਿਸ ਐਕਟ ਹੋਣਾ ਜਿਹੜਾ go all RCMP Canada wide, and then this will be a provincial mandate. So ਇਹਨੂੰ ਤੁਸੀਂ ਕਿਸ ਤਰ੍ਹਾਂ ਬੈਲੈਂਸ ਆਊਟ ਕਰੋਗੇ? ਸੋ ਜਿਹੜਾ ਪ੍ਰੋਵਿੰਸ਼ੀਅਲ, ਕਿਉਂਕਿ ਪੁਲਿਸ ਜਿਹੜੀ ਹੈ ਤਾਂ ਹੀ ਲੋਕਾਂ ਨੂੰ ਕਈ ਵਾਰ ਹੋ ਜਾਂਦਾ ਕਿ ਵਾਈ ਡਿਡਨਟ ਵੀ ਇੰਟਰਫੇਅਰ ਵੈਨ ਦ ਟ੍ਰਾਂਜੀਸ਼ਨ ਵਾਸ ਹੈਪਨਿੰਗ। ਪੁਲਿਸ ਐਕਟ ਇਜ਼ ਅ ਪ੍ਰੋਵਿੰਸ਼ੀਅਲ ਐਕਟ, ਜਿਹੜਾ BC ਪੁਲਿਸ ਐਕਟ ਹੈ, ਰਾਈਟ। ਐਂਡ ਅਸੀਂ ਜਿਹੜਾ ਚੇਂਜਸ ਲੈ ਕੇ ਆ ਰਹੇ ਹਾਂ ਉਹ BC ਪੁਲਿਸ ਐਕਟ ਵਿੱਚ ਲੈ ਕੇ ਆ ਰਹੇ ਹਾਂ। ਤੇ ਇੱਥੇ ਜਿਸ ਤਰ੍ਹਾਂ ਦੀ ਵੀ ਪੁਲਿਸ ਹੋਏਗੀ, ਜਿਹੜੇ ਇਟਸ ਅ ਬਿਗ ਪੁਲਿਸ ਐਕਟ, ਰਾਈਟ, ਐਂਡ ਵਿਚ ਵਾਸ ਜਿਹੜਾ BC ਦਾ ਪੁਲਿਸ ਐਕਟ ਸੀਗਾ ਉਹ 45 ਸਾਲ 'ਚੋਂ ਬਦਲਿਆ ਨਹੀਂ ਸੀਗਾ। ਐਂਡ ਉਹਦੇ ਵਿੱਚ ਐਂਡ ਅਸੀਂ ਜਾਣਦੇ ਹਾਂ ਕਿ ਪਿਛਲੇ 45 ਸਾਲ ਵਿੱਚ ਕਿੰਨੀ ਜ਼ਿਆਦਾ ਲੋੜ, ਕਿੰਨੀਆਂ ਜ਼ਿਆਦਾ ਚੇਂਜਸ ਆਈਆਂ, ਕਿੰਨੇ ਜ਼ਿਆਦਾ ਉਹਦੇ ਵਿੱਚ ਸਾਨੂੰ ਲੱਗ ਰਹੇ ਸੀਗੇ ਕਿ ਗੈਪਸ ਹੈਗੇ ਹੈ। ਸੋ ਇਟ ਇਜ਼ ਟਾਈਮਲੀ ਟੂ ਚੇਂਜ ਦੈਟ ਐਕਟ। ਪਰ ਉਹ ਜਿਹੜਾ ਐਕਟ ਹੈ that ਉਹਦੇ ਥੱਲੇ RCMP ਵੀ ਆ ਰਹੀ ਹੈ ਉਸ ਪੁਲਿਸ ਐਕਟ ਦੇ ਥੱਲੇ, ਕਿਉਂਕਿ we have some municipalities that have RCMP. We have number of municipalities that they have their independent forces. But both set of police ਜਿਹੜੀਆਂ ਉਹ ਉਸ BC ਪੁਲਿਸ ਐਕਟ ਦੇ ਥੱਲੇ ਆਉਂਦੀ ਹੈ। ਸੋ ਮੇਰੇ ਹਾਂਜੀ, ਸੋ ਕਾਲਰਸ ਤੁਸੀਂ ਫੋਨ ਕਰ ਸਕਦੇ ਹੋ। ਆਪਣੀ ਗੱਲ ਹੋ ਰਹੀ ਹੈ ਰਚਨਾ ਸਿੰਘ MLA ਫਰਮ ਸਰੀ ਗ੍ਰੀਨ ਟਿੰਬਰਸ। ਕੋਈ ਵੀ ਤੁਹਾਨੂੰ ਕੁਐਸਚਨਸ ਹੈ, ਕਿਉਂਕਿ ਪੁਲਿਸ ਐਕਟ ਦੇ ਬਾਰੇ ਵੀ ਜਿਹੜੇ ਰਿਫੋਰਮਸ ਹੈ ਉਹ ਹੋਣੇ ਹੈ, ਜਾਂ ਹੋਰ ਵੀ ਤੁਸੀਂ ਕਿਸੇ ਵੀ ਮੁੱਦੇ ਤੇ ਰੇਸਿਜ਼ਮ ਤੇ ਤੁਸੀਂ ਗੱਲ ਕਰਨੀ ਹੈ, ਤੁਸੀਂ ਇਹਨਾਂ ਨੂੰ ਡਾਇਰੈਕਟ ਕੁਐਸਚਨ ਪੁੱਛ ਸਕਦੇ ਹੋ। ਸੋ ਇਸ ਦੇ ਨਾਲ ਨਾਲ ਜਿਹੜੀ ਮੇਨ ਜਿਹੜਾ ਮੁੱਦਾ ਮੇਰੇ ਖਿਆਲ ਇਸ ਚੋਣਾਂ ਵਿਦ lot of other things, ਜਿਵੇਂ ਤੁਸੀਂ ਕਿਹਾ ਕਿ 45 ਸਾਲ ਹੋ ਗਏ ਇਹਨੂੰ ਐਕਟ ਨੂੰ ਟੱਚ ਹੀ ਨਹੀਂ ਕੀਤਾ। in 45 years the world changed, and ਜਿਹੜੀ ਰਹਿੰਦੀ ਖੁੰਦੀ ਕਸਰ ਸੀ COVID-19 ਨੇ ਪੂਰੀ ਕਰਤੀ। ਇਸ ਚੇਂਜਡ even more. ਸੋ ਇਹਦੇ 'ਚ ਮੇਰੇ ਖਿਆਲ ਜਿਹੜੀ ਸੈਂਸਿਟੀਵਿਟੀ ਇਸ਼ੂਜ਼ ਜਿਹੜੇ ਹੈਗੇ indigenous people, certain minorities, either as a Sikh, Hindu or Muslim, people of color, and and youth, even females, so gender equality ਦੀ ਵੀ ਆਪਾਂ ਗੱਲ ਕਰਨੀ ਹੈਗੀ ਹੈ। ਸੋ ਇਹ ਜਿਹੜੇ ਹੈਗੇ ਇਹ ਇਸ਼ੂਜ਼ ਮੇਰੇ ਖਿਆਲ ਉੱਭਰ ਕੇ ਆਉਣ ਬਹੁਤ ਜ਼ਿਆਦਾ, ਔਰ ਬਹੁਤ ਜ਼ਿਆਦਾ ਜਿਹੜਾ ਤੁਸੀਂ ਬਹੁਤ ਜ਼ਿਆਦਾ ਜਿਹੜਾ ਚੱਕਿਆ ਕਿ ਵਿਜ਼ੀਬਲ ਮਾਈਨੋਰਿਟੀਜ਼, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਿਹੜੇ ਲੋਕੀ ਬਹੁਤ ਜ਼ਿਆਦਾ ਵਿਜ਼ੀਬਲੀ ਨਜ਼ਰ ਆਉਂਦੇ ਹੈ ਕਿ ਕਿਵੇਂ ਦਾ ਉਹਨਾਂ ਦਾ ਰੰਗ ਰੂਪ ਹੈ। ਜਿਵੇਂ ਹੁਣ ਤੁਸੀਂ ਹੋ ਕਿ ਤੁਸੀਂ ਇੱਕ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ, ਪਰ ਯੂ ਡੋਂਟ ਹੈਵ ਐਨੀ ਫਿਜ਼ੀਕਲ ਸਿੰਬਲਸ ਸ਼ੋਇੰਗ ਦੈਟ। ਔਰ ਬਹੁਤ ਵਾਰ ਇਹ ਦੇਖਿਆ ਗਿਆ ਸੀ ਜੇ ਭਾਜੀ ਕਿ ਜਿਹੜੇ ਲੋਕੀ ਬਹੁਤ ਜਿੱਦਾਂ ਦਾ ਫਿਜ਼ੀਕਲ ਅਟਾਇਰ, ਜਿਹੜੇ ਜਿਵੇਂ ਮੇਰੇ ਪਿਤਾ ਜੀ ਹੈ ਉਹ ਜਿਹੜੇ ਪਗੜੀ ਪਾਉਂਦੇ ਹੈਗੇ, ਕਈ ਬਜ਼ੁਰਗ ਹੈ ਸਾਡੇ ਪਗੜੀ ਪਾਉਂਦੇ ਹੈ, ਜਾਂ ਜਿਹੜੀਆਂ ਔਰਤਾਂ ਹਿਜਾਬ ਪਾਉਂਦੀਆਂ ਹੈਗੀਆਂ, ਵੈਰੀ ਵੈਰੀ ਵਿਜ਼ੀਬਲ। ਔਰ ਤੁਸੀਂ ਜੇ ਤੁਸੀਂ ਇਨਸੀਡੈਂਟਸ ਦੇਖੋਗੇ ਰੇਸਿਜ਼ਮ ਦੇ, ਉਹਨਾਂ ਦੇ ਪ੍ਰਤੀ, ਉਹਨਾਂ ਨੂੰ ਕਿਉਂਕਿ ਵਲਨਰੇਬਲ ਮੰਨ ਕੇ ਉਹਨਾਂ ਦੇ ਪ੍ਰਤੀ ਇਨਸੀਡੈਂਟਸ ਜ਼ਿਆਦਾ ਹੋਣ ਦੇ ਚਾਂਸਿਸ ਹੈਗੇ ਹੈ। ਦੇ ਆਰ ਮੋਰ
I would say ਕਿ ਜੇ statistics ਅਸੀਂ ਦੇਖਾਂਗੇ ਤੇ they would be more prone to those racism related incidents and ਸਾਡਾ ਇਹੀ ਹੋਏਗਾ, ਅਸੀਂ ਇਹੀ ਦੇਖਣਾ ਚਾਹਾਂਗੇ ਕਿ ਜਿਹੜੀਆਂ marginalized communities ਹੈ how they are finding ਕਿ ਪੁਲਿਸ ਦਾ ਵਤੀਰਾ ਜਿਹੜਾ ਉਹਨਾਂ ਨਾਲ ਤੇ ਕਿਹੜੀਆਂ ਪੁਲਿਸ ਵਿੱਚ ਵੀ, ਕਿਉਂਕਿ ਅਸੀਂ ਮੈਂਟਲ ਹੈਲਥ ਦੀ ਬਹੁਤ ਜ਼ਿਆਦਾ ਗੱਲ ਕੀਤੀ, ਬਹੁਤ ਜ਼ਿਆਦਾ ਕੇਸਿਸ ਜਿਹੜੇ ਅੱਜ ਤੱਕ ਪੁਲਿਸ ਡੀਲ ਕਰ ਰਹੀ ਹੈ ਉਹ ਮੈਂਟਲ ਹੈਲਥ ਦੇ ਇਸ਼ੂਜ਼ ਹੈ। ਇਸ ਪੁਲਿਸ ਅਡੈਪਟ ਇਨ ਡੀਲਿੰਗ ਵਿਦ ਦੋਜ਼ ਇਸ਼ੂਜ਼। ਅਸੀਂ ਕਿਤੇ ਪੁਲਿਸ ਤੇ ਜ਼ਿਆਦਾ ਭਾਰ ਤਾਂ ਨਹੀਂ ਪਾ ਰਹੇ ਹੈਗੇ ਕਿ ਅਸੀਂ ਪੁਲਿਸ ਨੂੰ ਇੱਕ ਤਾਂ ਪੁਲਿਸ ਦੀ ਟ੍ਰੇਨਿੰਗ ਦੇ ਰਹੇ ਹਾਂ ਜਿਹਦੇ ਲਈ ਉਹਨਾਂ ਨੇ ਉਹ ਕੰਮ ਕੀਤਾ, ਪਲੱਸ ਅਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਤੁਸੀਂ ਹੁਣ ਮੈਂਟਲ ਹੈਲਥ ਦੀ ਵੀ ਪੂਰੀ ਟ੍ਰੇਨਿੰਗ ਲਵੋ, ਤੁਸੀਂ ਮੈਂਟਲ ਹੈਲਥ ਪ੍ਰੋਫੈਸ਼ਨਲਸ ਵੀ ਬਣੋ, ਜਿਹੜੇ ਉਹ ਹੈ ਨਹੀਂਗੇ। Are we making it even harder for the police to deal with these issues? So this is what we would like to know from the community ਕਿ ਅਸੀਂ mental health ਲਈ ਅਸੀਂ ਅਲੱਗ organizations ਨੂੰ ਵਿੱਚ ਇਨਵੋਲਵ ਕਰੀਏ ਜਿਹੜੀਆਂ ਕਿ ਸਿਰਫ ਉਸ ਇਸ਼ੂ ਨਾਲ ਡੀਲ ਕਰ ਰਹੀ ਹੈ ਤੇ ਪੁਲਿਸ ਜਿਹੜਾ ਕੰਮ ਉਹ ਕਰਨ ਵਿੱਚ ਐਡੈਪਟ ਹੈ ਉਹ ਕਰੇ। ਐਂਡ ਇਟਸ ਵੈਰੀ ਟਰੂ ਜਿਹੜਾ ਮੈਂਟਲ ਹੈਲਥ ਦਾ ਇਸ਼ੂ ਹੈ, ਕਿਉਂਕਿ ਫਰਸਟ ਹੈਂਡ ਸਭ ਨਾਲੋਂ ਪਹਿਲਾਂ ਪੁਲਿਸ ਨੂੰ ਹੈਂਡਲ ਕਰਨਾ ਪੈਂਦਾ ਜਦੋਂ ਫੋਨ ਕਾਲ ਆਉਂਦਾ ਆ, ਐਂਡ ਦੈਟਸ ਵਾਈ ਸਮਟਾਈਮ ਪੁਲਿਸ ਰਿਸੋਰਸ ਆਰ ਸਟ੍ਰੈਚ ਟੂ ਲਿਮਿਟ। ਉਹਨਾਂ ਨੇ ਕਰਨਾ ਆ, ਫਾਇਰ ਨੇ ਜਾਣਾ ਆ, ਬਟ ਇਟਸ ਅ ਟੋਟਲੀ ਡਿਫਰੈਂਟ ਇਸ਼ੂ ਦੈਟ ਦੇ ਆਰ ਨਾਟ ਟ੍ਰੇਨਡ ਟੂ ਹੈਂਡਲ ਦੈਟ। ਉਹਨਾਂ ਨੂੰ ਕਿਤੇ ਨਾ ਕਿਤੇ ਥੋੜੀ ਬਹੁਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਪਰ ਉਹ ਟ੍ਰੇਨਿੰਗ ਕਿੰਨੀ ਕੁ ਐਡਿਕੁਏਟ ਹੈ। ਅਸੀਂ ਇਹ ਮੰਨਦੇ ਹਾਂ ਕਿ ਜਿਹੜਾ, ਜਿਵੇਂ ਅਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਗੱਲ ਕੀਤੀ ਕਿ ਜਿਹੜਾ ਮੈਂਟਲ ਹੈਲਥ ਹੈ ਜਾਂ ਐਡਿਕਸ਼ਨ ਹੈ ਇਟਸ ਅ ਡਿਜ਼ੀਜ਼ ਐਂਡ ਇਟ ਇਜ਼ ਉਹਨੂੰ ਹੈਲਥ ਪਰਸਪੈਕਟਿਵ ਤੋਂ ਦੇਖਣਾ ਪਏਗਾ। ਕਿਤੇ ਪੁਲਿਸ ਤੇ ਅਸੀਂ ਕਿਤੇ ਅਨਡਿਊ ਪ੍ਰੈਸ਼ਰ ਤਾਂ ਨਹੀਂ ਪਾ ਰਹੇ ਐਂਡ ਉਹਨਾਂ ਨੂੰ ਇੰਨੇ ਕੰਪਲੈਕਸ ਇਸ਼ੂਜ਼ ਨੂੰ, ਕਿਉਂਕਿ with the opioid crisis this issue has just come on the forefront ਔਰ ਅਸੀਂ ਜਾਣਦੇ ਹਾਂ ਕਿ ਜਿਹੜੇ ਅੱਜ ਕੱਲ੍ਹ ਲੋਕੀ ਇਨਕਾਰਸਰੇਟਡ ਹੈ, ਜਿਹੜੇ ਕਿ ਸਾਡੀ ਜੇਲ੍ਹਾਂ ਵਿੱਚ ਹੈਗੇ ਹੈ, ਬਹੁਤ ਜ਼ਿਆਦਾ ਲੋਕੀ ਉਹ ਹੈਗੇ ਜਿਹੜੇ ਮੈਂਟਲ ਹੈਲਥ ਇਸ਼ੂਜ਼ ਨਾਲ ਡੀਲ ਕਰ ਰਹੇ। ਸੋ ਵੀ ਵਿਲ ਹੈਵ ਟੂ ਲੁੱਕ ਇਨ ਫਰਮ ਦੈਟ ਲੈਂਸ ਐਂਡ ਆਲਸੋ ਫਰਮ ਦਾ ਸਿਸਟੈਮਿਕ ਰੇਸਿਜ਼ਮ ਲੈਂਸ ਐਸ ਵੈਲ। ਐਂਡ ਇਸ ਦੇ ਨਾਲ ਹੀ ਆਪਾਂ ਜਦੋਂ ਰੇਸਿਜ਼ਮ ਦੀ ਗੱਲ ਕਰਦੇ ਹਾਂ ਜਾਂ ਸੈਂਸਿਟੀਵਿਟੀ ਦੀ ਗੱਲ ਕਰਦੇ ਹਾਂ, ਸਿੰਸ COVID-19 ਜਿਹੜੀ ਆਪਣੀ ਚਾਈਨੀਜ਼ ਕਮਿਊਨਿਟੀ ਹੈ ਉਹਦੇ ਬਾਰੇ ਵੀ ਸਰਟਨ racism ਦੇ issue ਉੱਭਰ ਕੇ ਆਏ because that started that this COVID-19 ਜਿਹੜਾ ਹੈਗਾ ਹੈ ਵੂਹਾਨ ਤੋਂ ਸ਼ੁਰੂ ਹੋਇਆ ਸੀ। ਸੋ lot of people have a very misconception, ਸੋ ਉਹ ਵੀ ਕਾਫੀ ਮੁੱਦੇ ਉੱਪਰ ਬਹੁਤ ਜ਼ਿਆਦਾ। ਔਰ ਮੈਂ ਤੁਸੀਂ ਬਹੁਤ ਹੀ ਅੱਛਾ ਗੱਲ ਕੀਤੀ ਜਿਹੜੀ ਮੈਂ ਦੱਸਣਾ ਭੁੱਲ ਗਈ ਸੀਗੀ ਕਿ ਏਸ਼ੀਅਨ ਭਾਈਚਾਰਾ ਹੈ ਬਹੁਤ ਜ਼ਿਆਦਾ ਅਟੈਕ ਅੰਡਰ ਸੀਗਾ, ਜਿਹੜੇ ਕੋਵਿਡ ਲਈ ਅਸੀਂ ਉਹਨਾਂ ਨੂੰ ਰਿਸਪੌਂਸਿਬਲ ਠਹਿਰਾ ਰਹੇ ਸੀਗੇ ਔਰ ਬਹੁਤ ਜ਼ਿਆਦਾ ਲੋਕਾਂ ਨੇ ਉਹਨਾਂ ਦੇ ਉੱਤੇ ਕੋਈ ਚੀਜ਼ ਸੁੱਟਦੇ ਨਹੀਂ ਔਰ ਜਾਂ ਬਿਨਾਂ ਮਤਲਬ ਤੇ ਉਹਨੂੰ ਧੱਕਾ ਮਾਰ ਦੇਣਾ ਜਾਂ ਕਿਸੇ ਦੀ ਵਿੰਡਸ਼ੀਲਡ ਤੋੜ ਦੇਣੀ। ਅਸੀਂ ਕਿੰਨੇ ਹੀ ਇਨਸੀਡੈਂਟਸ ਦੇਖੇ ਹੈਗੇ ਤੇ ਸਾਨੂੰ, ਮੈਂ ਸਿਰਫ ਜਿਹੜੀ ਇੱਕ ਰੇਸਿਜ਼ਮ ਦੀ ਗੱਲ ਕਹੂੰਗੀ ਕਿ ਅੱਜ ਇੱਕ ਭਾਈਚਾਰਾ ਟਾਰਗੇਟ ਹੈਗਾ ਹੈ ਨਾ, ਤੇ ਕੱਲ ਨੂੰ ਵੀ ਡੋਂਟ ਨੋ ਕਿਹੜਾ ਭਾਈਚਾਰਾ ਉਸ ਟਾਰਗੇਟ ਵਿੱਚ ਆ ਜਾਏਗਾ। ਜਦ ਕਿ ਅਸੀਂ ਸਿਸਟਮ ਵਿੱਚ ਉਹ ਚੇਂਜਸ ਨਹੀਂ ਲੈ ਕੇ ਆਵਾਂਗੇ, ਜਿਹੜੀ ਇੱਕ ਫੀਲਿੰਗ ਜਿਹੜੀ ਬਹੁਤ ਦੇਰ ਤੋਂ ਦਬੀ ਹੋਈ ਹੈ ਉਹ ਨਿਕਲ ਕੇ ਆ ਰਹੀ ਹੈ ਤੇ ਤੁਹਾਨੂੰ ਉਹਦਾ ਬਿਲਕੁਲ ਬਲੈਕ ਐਂਡ ਵਾਈਟ ਚਿਹਰਾ ਨਜ਼ਰ ਆ ਰਿਹਾ ਹੈਗਾ। ਵੀ ਹੈਵ ਟੂ ਟੈਕਲ ਸਿਸਟਮ from the bottom and we have to find the solutions that way rather than ਇੱਕ ਉਹਦੇ ਤੇ ਬੈਂਡ-ਏਡ ਲਾਈ ਜਾਵੇ। ਅੱਜ ਇਹ ਚਾਈਨੀਜ਼ ਲੋਕਾਂ ਨਾਲ ਹੋ ਗਿਆ, ਕਿਤੇ ਮੁਸਲਮਾਨਾਂ ਨਾਲ ਹੋ ਗਿਆ ਜਾਂ ਕਿਤੇ ਸਾਡੇ ਆਪਣੇ ਭਾਈਚਾਰੇ ਨਾਲ ਹੋ ਗਿਆ। ਇਟ ਇਜ਼ ਨਾਟ ਦੈਟ। ਰੇਸਿਜ਼ਮ ਇਜ਼ ਰੇਸਿਜ਼ਮ। ਇਟ ਕੈਨ ਕਮ ਇਨ ਡਿਫਰੈਂਟ ਫਾਰਮਸ, ਡਿਫਰੈਂਟ ਉਹਦੇ ਵਿਕਟਿਮਸ ਡਿਫਰੈਂਟ ਲੋਕੀ ਹੋ ਸਕਦੇ ਹੈ, ਪਰ ਰੇਸਿਜ਼ਮ ਇਜ਼ prevalent in this society and we have to tackle it. ਸੋ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ, ਪੁਲਿਸ ਜਿਹੜਾ ਐਕਟ ਹੈ, ਜਿਵੇਂ ਰਚਨਾ ਜੀ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਇਹ ਕਮੇਟੀਆਂ ਬਣਦੀਆਂ ਆਪਾਂ ਕੰਪਲੇਂਟ ਜਿਵੇਂ ਇਹਨਾਂ ਨੇ ਕਿਹਾ ਕਿ ਬਹੁਤ ਕਰ ਲਈਦੀ ਹੈ, ਪਰ ਜਦੋਂ ਇਹ ਪਲੇਟਫਾਰਮ ਜਾਂ ਓਪਨ ਹਾਊਸ ਜਾਂ ਇਸ ਤਰ੍ਹਾਂ ਦੇ ਏਰੀਆਜ਼ ਆਉਂਦੇ ਆ, ਉੱਥੇ ਆਪਾਂ ਨੂੰ ਐਕਸਪ੍ਰੈਸ ਕਰਨਾ ਚਾਹੀਦਾ ਜੇ ਕਿਸੇ ਨੇ ਰੇਸਿਜ਼ਮ ਫੇਲ ਕੀਤਾ ਹੈ ਜਾਂ ਪੁਲਿਸ ਨੇ ਉਹਨਾਂ ਨੂੰ ਡਿਫਰੈਂਟਲੀ ਡੀਲ ਕੀਤਾ। ਤੁਸੀਂ ਸਾਨੂੰ ਕਾਲ ਕਰਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ, ਸਾਡੀਆਂ ਫੋਨ ਲਾਈਨਸ ਓਪਨ ਹੈ, ਸਾਡੇ ਫੋਨ ਨੰਬਰ ਚੱਲ ਰਹੇ ਆ। ਸੋ ਇਹ ਆਪਣੀ ਕਮਿਊਨਿਟੀ ਨੂੰ ਇਨਵੋਲਵ ਹੋ ਕੇ ਫੀਡਬੈਕ ਵੀ ਜਿਹੜੀ ਦੇਣੀ ਬਹੁਤ ਜ਼ਰੂਰੀ ਹੈ, ਕਿਉਂਕਿ ਅਦਰਵਾਈਜ਼ ਇਫ ਯੂ ਡੋਂਟ ਗੈਦਰ ਇਨਫੋਰਮੇਸ਼ਨ ਫਰੋਮ ਦਾ ਗ੍ਰਾਸ ਰੂਟਸ, ਤੁਸੀਂ ਉਹਨੂੰ ਟੇਬਲ ਤੇ ਲੈ ਕੇ ਜਾ ਕੇ ਕਿਵੇਂ ਸੋਲਵ ਕਰੋ। ਬਿਲਕੁਲ ਮੈਂ ਔਰ ਫਿਰ ਤੋਂ ਦੁਬਾਰਾ ਤੋਂ ਇਹੀ ਗੱਲ ਰਿਪੀਟ ਕਰੂੰਗੀ ਕਿ ਬਹੁਤ ਵਾਰੀ ਸਾਡਾ ਭਾਈਚਾਰਾ ਖੁੰਝ ਜਾਂਦਾ ਹੈਗਾ ਆਪਣੀ, ਜਦ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸੇ ਅਸੀਂ ਨਹੀਂ ਦੇਖ ਪਾਉਂਦੇ ਹੈਗੇ ਔਰ ਜੇ ਬੈਰੀਅਰਸ ਹੈਗੇ। ਮੈਂ ਹਮੇਸ਼ਾ ਕਹੂੰਗੀ ਕਿ ਮਾਰਜਨਲਾਈਜ਼ ਕਮਿਊਨਿਟੀਜ਼ ਜਾਂ ਜਿਹੜੀਆਂ ਕਮਿਊਨਿਟੀਜ਼ ਪੀਪਲ ਆਫ ਕਲਰ ਵਾਲੀਆਂ ਹੈਗੀਆਂ, ਉਹ ਬਹੁਤ ਜ਼ਿਆਦਾ ਆਪਣੇ ਰੁਝੇਵਿਆਂ ਵਿੱਚ ਰੁੱਝੇ ਹੋਏ ਹੈ ਤੇ ਉਹਨਾਂ ਨੂੰ ਕਈ ਵਾਰ ਸਮਾਂ ਨਹੀਂ ਮਿਲਦਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਵੇਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਣ ਜਾਂ ਆਪਣੀ ਆਵਾਜ਼ ਪਹੁੰਚਾ ਸਕਣ ਇਸ ਕਮੇਟੀਆਂ ਤੱਕ। ਮੈਂ ਤੁਹਾਨੂੰ ਸੱਦਾ ਦਊਂਗੀ ਤੁਹਾਡੇ ਚੈਨਲ ਦੇ ਥਰੂ ਆਪਣੇ ਲੋਕਾਂ ਨੂੰ
ਕਿ ਰੇਸਿਜ਼ਮ ਡਜ਼ ਐਗਜ਼ਿਸਟ। ਅੱਜ ਲੱਗ ਰਿਹਾ ਕਿ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋ ਰਿਹਾ ਹੈ, ਪਰ ਸਾਡੇ ਲੋਕਾਂ ਨਾਲ ਅਸੀਂ ਬਹੁਤ ਰੇਸਿਜ਼ਮ ਹੰਡਾਇਆ ਤੇ ਅੱਜ ਵੀ ਹੰਡਾ ਰਹੇ ਹੈਗੇ ਆ। ਸੋ ਵੀ ਵੁੱਡ ਰੀਅਲੀ ਲਾਈਕ ਟੂ ਹੀਅਰ ਯੋਰ ਫੀਡਬੈਕ ਐਂਡ ਵੀ ਵੁੱਡ ਲਾਈਕ ਟੂ ਨੋ ਤੁਸੀਂ ਕਿਸ ਤਰ੍ਹਾਂ ਦੀਆਂ ਚੇਂਜਸ ਪੁਲਿਸ ਵਿੱਚ ਦੇਖਣਾ ਚਾਹੋਗੇ, ਤੇ ਅਸੀਂ ਵੀ ਆਰ ਵੈਰੀ ਓਪਨ ਟੂ ਹੀਅਰ ਦੈਟ। ਹਾਂਜੀ, ਦੈਟਸ ਗੁੱਡ ਟੂ ਨੋ। ਐਂਡ ਇਸ ਦੇ ਨਾਲ ਆਪਾਂ ਜੇ ਗੱਲ ਕਰੀਏ ਜੈਂਡਰ ਇਕੁਐਲਿਟੀ ਦੀ, ਹੈ ਨਾ, ਮੇਲ ਵਰਸਸ ਫੀਮੇਲ, the income they make and how they are treated, so ਉਸ ਬਾਰੇ ਤੁਹਾਡੇ ਕੀ ਖਿਆਲ ਹੈ? ਬਿਲਕੁਲ, ਦਿਸ ਇਜ਼ ਅਨਦਰ ਇਸ਼ੂ ਵਿਚ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ ਕਿ ਬਹੁਤ ਤਰੱਕੀ ਕੀਤੀ ਹੈ ਔਰਤਾਂ ਨੇ, ਬਹੁਤ ਥਾਂ ਬਣਾਈ ਹੈ ਆਪਣੀ, ਕਈ ਮੁਕਾਮ ਤੱਕ ਪਹੁੰਚੀਆਂ ਹੈਗੀਆਂ, ਵੈਦਰ ਇਟਸ ਪੋਲੀਟਿਕਸ, ਵੈਦਰ ਇਟ ਇਜ਼ ਹੈਲਥ ਕੇਅਰ ਫੀਲਡ, ਡਾਕਟਰਸ ਹੈ, ਇੰਜੀਨੀਅਰਸ ਹੈ, ਹਰ ਚੀਜ਼ ਲਿੱਤੀ ਹੈ। ਪਰ ਅੱਜ ਵੀ ਅੱਜ ਕੱਲ੍ਹ ਦੀ ਸੁਸਾਇਟੀ ਵਿੱਚ ਵੀ, ਜਿਹੜੀ ਕਿ 21ਵੀਂ ਸਦੀ ਦੀ ਸੁਸਾਇਟੀ ਹੈ, ਅੱਜ ਵੀ ਸਾਨੂੰ ਜੈਂਡਰ ਐਕੁਇਟੀ ਦੀ ਗੱਲ ਕਰਨੀ ਪੈਂਦੀ ਹੈ। ਉਹਦੇ ਲਈ ਫਾਈਟ ਅਜੇ ਵੀ ਜਾਰੀ ਹੈਗੀ ਹੈ। ਵੀ ਹੈਵਨਟ ਰੀਚਡ ਦੇਅਰ ਯੈਟ। We have a parliamentary secretary assigned to this thing, to gender equity, ਜਿਹੜੀ ਦੇਖਦੀ ਹੈ ਕਿ ਕੋਈ ਵੀ ਤਰ੍ਹਾਂ ਦੀ ਬੇਸ਼ੱਕ ਉਹ ਅਦਾਰੇ ਹੈਗੇ ਹੈ ਕਿ ਉੱਥੇ ਜੈਂਡਰ ਐਕੁਇਟੀ ਪੂਰੀ ਹੋ ਰਹੀ ਹੈ, ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਜਾਂ ਕਿਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਔਰਤਾਂ ਉਠਾ ਰਹੀਆਂ ਹੈਗੀਆਂ। ਐਂਡ ਇਹਦੇ ਵਿੱਚ ਵੀ ਸੀਜੇ ਭਾਜੀ, ਇਟਸ ਵੈਰੀ ਇੰਪੋਰਟੈਂਟ ਟੂ ਸੀ ਦ ਇੰਟਰਸੈਕਸ਼ਨੈਲਿਟੀ ਵਿਦ ਦ ਜੈਂਡਰ ਐਕੁਇਟੀ ਆਲਸੋ। ਔਰਤਾਂ ਨੂੰ ਪੂਰੇ ਹੱਕ ਲੈਣੇ, ਔਰਤਾਂ ਲਈ ਚੈਲੰਜਸ ਹੈਗੇ ਹੈ, ਅਜੇ ਵੀ ਬੈਰੀਅਰਸ ਬਹੁਤ ਜ਼ਿਆਦਾ ਹੈਗੇ ਹੈ ਟੂ ਅਚੀਵ ਜਿਹੜੇ ਮੁਕਾਮ ਤੇ ਉਹ ਪਹੁੰਚਣਾ ਚਾਹ ਰਹੀਆਂ। ਬਟ ਜੇ ਉੱਥੇ ਅਸੀਂ ਲੈ ਆਈਏ ਕਿ ਜਿਹੜੀਆਂ ਔਰਤਾਂ ਆਫ ਕਲਰ ਹੈਗੀਆਂ, ਜਿਹੜੀਆਂ ਔਰਤਾਂ ਇੰਡੀਜਨਸ ਹੈ, ਬਲੈਕ ਹੈ, ਜਾਂ ਵਿਜ਼ੀਬਲ ਮਾਈਨੋਰਿਟੀ ਦੀਆਂ ਹੈਗੀਆਂ, ਉਹਨਾਂ ਨੂੰ ਇਹ ਚੈਲੰਜਸ ਹੋਰ ਵੀ ਜ਼ਿਆਦਾ ਲੈਵਲ ਤੇ ਨਜ਼ਰ ਆਉਣਗੇ, ਉਹਨਾਂ ਦੀ ਡਿਗਰੀ ਹੋਰ ਵੀ ਜ਼ਿਆਦਾ ਵੱਧ ਜਾਏਗੀ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ, ਔਰ ਸਪੈਸ਼ਲੀ ਫॉर ਅ ਵੂਮਨ ਲਾਈਕ ਮੀ, ਜਿਹੜੀ ਹੂ ਇਜ਼ ਅ ਪਰਸਨ ਆਫ ਕਲਰ, ਅੱਜ ਜਿਹੜੇ ਪਲੇਟਫਾਰਮ ਤੇ ਬੈਠੀ ਹਾਂ, ਆਈ ਹੈਵ ਫੇਸਡ ਬੈਰੀਅਰਸ ਇਨ ਮਾਈ ਲਾਈਫ, ਆਈ ਹੈਵ ਫੇਸਡ ਸਿਸਟੈਮਿਕ ਰੇਸਿਜ਼ਮ, ਐਂਡ ਇਟ ਇਜ਼ ਇੰਪੋਰਟੈਂਟ ਫॉर ਮੀ ਕਿ ਮੈਂ ਚਾਹੂੰਗੀ ਕਿ ਜਿਹੜੇ ਬੈਰੀਅਰਸ ਮੈਂ ਦੇਖੇ, ਜਾਂ ਜਿਹੜਾ ਮੈਂ ਰੇਸਿਜ਼ਮ ਹੰਡਾਇਆ ਹੈਗਾ, ਜਿਹੜੇ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਅਸੀਂ ਲੈ ਕੇ ਆਈਏ ਆਪਣੀ ਸਰਕਾਰਾਂ ਵਿੱਚ, ਕਿ ਉਹ ਜਿਹੜੀ ਅਗਲੀ ਜਿਹੜੀ ਹੁਣ ਜਿਹੜੇ ਮੇਰੇ ਲੋਕੀ ਹੈ, ਜਾਂ ਜਿਹੜੇ ਮੇਰੀਆਂ ਭੈਣਾਂ, they don't face that, and to bring it in, ਔਰ ਉਹ ਪਾਲਿਸੀਜ਼ ਦੇ ਰੂਪ ਵਿੱਚ ਆਏਗਾ। ਉਹ ਜੇ ਇੱਕ ਗਵਰਨਮੈਂਟ ਦੀ ਇੱਛਾ ਹੋਏਗੀ to recognize that there is a gender inequality and to bring in those changes। ਇਸ ਦੇ ਨਾਲ ਹੀ ਆਪਣੀ ਜਿਹੜੀ LGBTQ ਕਮਿਊਨਿਟੀ ਹੈਗੀ ਹੈ, ਬਿਲਕੁਲ, and they face ਬਹੁਤ ਜ਼ਿਆਦਾ racism and differences, ਉਹਦੇ ਬਾਰੇ ਵੀ ਬਹੁਤ ਹੀ ਜ਼ਿਆਦਾ ਅਜੇ ਵੀ। ਔਰ ਮੈਂ ਕਹੂੰਗੀ ਕਿ ਇਹ ਤਾਂ ਜਿਹੜੀ ਤੁਸੀਂ LGBTQ ਕਮੇਟੀ ਦੀ ਕਹੀ, ਜਿਹੜਾ ਹੋਮੋਫੋਬੀਆ, ਉਹ ਸਾਡੀ ਕਮਿਊਨਿਟੀ ਵਿੱਚ ਅਜੇ ਵੀ ਬਹੁਤ ਜ਼ਿਆਦਾ। ਵੀ ਹੈਵ ਸੋ ਮੈਨੀ ਮਿਸਕਨਸੈਪਸ਼ਨਸ ਅਬਾਊਟ ਇਟ। ਸਾਡਾ ਉਹਨਾਂ ਲਈ, ਆਈ ਐਮ ਵੈਰੀ ਸੌਰੀ ਟੂ ਸੇ, ਕਿ ਸਾਡਾ ਉਹਨਾਂ ਲਈ ਜਿਹੜਾ ਸਾਡਾ ਵਿਵਹਾਰ ਹੈ ਉਹਨਾਂ ਲਈ ਅਜੇ ਵੀ ਬਹੁਤ ਹੀ ਜ਼ਿਆਦਾ, ਅਸੀਂ ਉਹਨਾਂ ਨੂੰ ਸੋਚਦੇ ਹਾਂ ਕਿ ਇਹ ਪਤਾ ਨਹੀਂ ਕਿਵੇਂ ਦੀ ਨਸਲ ਹੈਗੀ ਹੈ, ਜਾਂ ਇੱਕ ਕੋਈ ਕ੍ਰਿਮੀਨਲ ਮਾਈਂਡ ਹੈ। ਅਸੀਂ ਕਿਉਂਕਿ ਇੰਡੀਆ ਤੋਂ ਬਹੁਤ ਜ਼ਿਆਦਾ, ਸਾਡੀ ਲੋਕੀ ਇੰਡੀਆ ਤੋਂ ਆਏ ਹੈ, ਇੱਕ ਕ੍ਰਾਈਮ ਮੰਨਿਆ ਜਾਂਦਾ ਸੀ ਇੰਡੀਆ ਵਿੱਚ। ਅਜੇ ਸਿਰਫ 2 ਸਾਲ ਪਹਿਲਾਂ ਇਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ, ਤੇ ਉਸ ਚੀਜ਼ ਨੂੰ ਜਿਹੜੀ ਇੱਕ ਮਰਦ ਜਾਂ ਮਰਦ ਦੀ ਸ਼ਾਦੀ ਹੈ, ਜਾਂ ਔਰਤ ਦੀ ਸ਼ਾਦੀ, ਉਹਨੂੰ ਡੀਕ੍ਰਿਮੀਨਲਾਈਜ਼ ਕੀਤੇ ਨੂੰ ਅਜੇ ਸਿਰਫ 2 ਸਾਲ ਹੋਏ ਆ ਇੰਡੀਆ ਦੇ ਵਿੱਚ। ਸੋ ਵੀ ਹੈਵ ਐਜ਼ ਅ ਸੁਸਾਇਟੀ, ਇਹ ਸਾਡੇ ਲਈ ਅਜੇ ਵੀ ਬਹੁਤ ਜ਼ਿਆਦਾ ਐਜੂਕੇਸ਼ਨ ਦੀ ਲੋੜ ਹੈ। ਸਾਡੇ ਆਪਣੇ ਸਪੈਸ਼ਲੀ ਬਜ਼ੁਰਗਾਂ ਦੇ ਵਿੱਚ, ਦੇ ਨੀਡ ਟੂ ਰਿਸਪੈਕਟ ਦੇਅਰ ਕਿਡਸ ਇਫ ਦੇ, ਐਂਡ ਇਟ ਇਜ਼ ਨਾਟ ਸਮਥਿੰਗ ਕਿ ਇਟਸ ਨਾਟ ਅ ਫੈਡ। ਇਹ ਨਹੀਂ ਹੈ ਕਿ ਇੱਕ ਥੋੜੀ ਦੇਰ ਲਈ ਬੰਦਾ ਇੱਕ whether they would be a gay person, lesbian, it is something that is ਤੁਸੀਂ ਜੰਮਦੇ ਹੋ ਇਸ ਚੀਜ਼ ਨੂੰ ਲੈ ਕੇ, ਔਰ ਬਹੁਤ ਜ਼ਿਆਦਾ ਸਾਡੀ ਸੁਸਾਇਟੀ ਵਿੱਚ ਉਹਨੂੰ ਦਬਾਇਆ ਜਾਂਦਾ, ਔਰ ਬਹੁਤ ਜ਼ਿਆਦਾ ਡਰ ਹੈ ਸਾਡੇ ਲੋਕਾਂ ਵਿੱਚ ਕਿ ਉਹ ਵੀ ਓਪਨਲੀ ਨਹੀਂ ਸ਼ੋਅ ਕਰਦੇ ਹੈਗੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਸਾਡੀ ਸੁਸਾਇਟੀ ਕਿਵੇਂ ਡੀਲ ਕਰੇਗੀ। ਸੋ ਦੈਟ ਇਜ਼ ਅਨਦਰ ਟੌਪਿਕ ਦੈਟ ਉਹਦੇ ਤੇ ਜ਼ਿਆਦਾ ਤੋਂ ਜ਼ਿਆਦਾ ਡਿਸਕਸ਼ਨ ਕਰਨ ਦੀ ਲੋੜ ਹੈ, ਓਪਨ ਹੋਣ ਦੀ ਲੋੜ ਹੈ। ਲੋਕਾਂ ਦੇ ਕਈ ਸਵਾਲ ਹੈਗੇ ਹੈ, ਉਹ ਪੁੱਛਣ ਜ਼ਰੂਰ ਇਸ ਚੀਜ਼ ਬਾਰੇ, ਪਰ ਆਪਣੇ ਆਪ ਨੂੰ ਜਿੰਨਾ ਵੱਧ ਤੋਂ ਵੱਧ ਸਾਡੀ ਸੁਸਾਇਟੀ ਐਜੂਕੇਟ ਕਰ ਪਾਏਗੀ ਇਸ ਚੀਜ਼ ਨੂੰ ਲੈ ਕੇ, ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਕਿ ਇਹਦੀ ਡਿਸਕਸ਼ਨ ਹੋਵੇ, ਇੱਕ ਪਲੇਟਫਾਰਮ ਹੋਵੇ ਜਿਹੜਾ ਕਿ ਤੁਸੀਂ ਤੁਹਾਡੇ ਵਰਗੇ ਲੋਕ ਦੇ ਰਹੇ ਹੈ, ਪਰ ਹੈ ਕਿ ਆਵਰ ਕਮਿਊਨਿਟੀ ਨੀਡਸ ਟੂ ਕਮ ਅਪ ਐਂਡ ਗੈਟ ਦ ਆਨਸਰਸ ਐਜ਼ ਵੈਲ। ਰਚਨਾ ਜੀ, ਆਪਣੇ ਕੋਲ 2-4 ਮਿੰਟ ਬਾਕੀ ਰਹਿ ਗਏ ਹੈ, ਤੇ ਇਸ ਦੇ ਨਾਲ ਜਿਹੜਾ ਜੁੜਦਾ ਟੌਪਿਕ ਹੈ, ਰੇਸਿਜ਼ਮ ਹੋਵੇ, ਜੈਂਡਰ ਇਕੁਐਲਿਟੀ ਹੋਵੇ, ਇਸ ਤੋਂ ਇਲਾਵਾ ਜਿਹੜਾ ਮੈਂ ਦੇਖਦਾ ਆ, ਮੇਰਾ ਆਪਦਾ ਇਨਵੋਲਵਮੈਂਟ ਰਿਹਾ ਬੋਰਡਸ ਦੇ ਵਿੱਚ। ਸੋ ਬੋਰਡਸ ਜਦੋਂ ਅਪੁਆਇੰਟਮੈਂਟਸ ਦੀ ਗੱਲ ਆਉਂਦੀ ਹੈ, ਇਟਸ ਅ ਵੈਰੀ ਇੰਪੋਰਟੈਂਟ ਦੈਟ minorities, ethnic communities, females, youth even,
ਆਰ ਨਾਟ ਹੈਵ ਅ ਗੁੱਡ ਰੈਪਰੈਜ਼ੈਂਟੇਸ਼ਨ। ਸੋ ਉਸ ਦੇ ਬਾਰੇ ਤੁਹਾਡੀ ਗਵਰਨਮੈਂਟ ਨੇ ਉਪਰਾਲਾ ਕੀਤਾ ਹੈ ਤੇ ਉਹਨਾਂ ਨੇ ਕਿੰਨੀ ਕੁ ਟਰਾਈ ਕੀਤੀ ਹੈ ਤੇ ਗਵਰਨਮੈਂਟ ਬੇਸਿਸ ਤਾਂ ਕਿ ਜਿਹੜੇ ਬੋਰਡਸ ਹੈ equally represent the communities। ਬਿਲਕੁਲ, ਜਿਹੜੀ ਡਾਇਵਰਸਿਟੀ ਹੈ, ਜਿਹੜੀ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਜਿਹੜੀ ਡਾਇਵਰਸਿਟੀ ਹੈਗੀ ਹੈ ਉਹ ਉਹਦੀ ਸਟਰੈਂਥ ਹੈ ਸਭ ਤੋਂ ਜ਼ਿਆਦਾ। ਕੈਨੇਡਾ 'ਚ ਵੀ ਅਸੀਂ ਇਹ ਗੱਲ ਕਹਿੰਦੇ ਹਾਂ, ਪਰ ਅਜੇ ਵੀ ਅਸੀਂ ਦੇਖਾਂਗੇ ਕਿ ਕੋਈ ਵੀ ਅਦਾਰੇ ਜਿਹੜੇ ਹੈ ਕਿ ਉਹਨਾਂ ਨੂੰ ਜ਼ਿਆਦਾਤਰ the representation is of from the Caucasian people rather than ਕਿ ਜਿਹੜੇ visible minority ਦੇ। ਪਰ ਸਾਡੀ ਸਰਕਾਰ ਦਾ ਮੈਂਡੇਟ ਰਿਹਾ ਹੈਗਾ ਔਰ ਕੋਸ਼ਿਸ਼ ਹੈ, I won't say ਕਿ ਅਸੀਂ ਪੂਰਾ ਇਸ ਚੀਜ਼ ਨੂੰ ਅਚੀਵ ਕਰ ਲਿਆ ਹੈਗਾ, ਪਰ ਹੈ ਕਿ ਜਦ ਵੀ ਕੋਈ ਬੋਰਡ ਦੀ ਸਿਲੈਕਸ਼ਨ ਹੋ ਰਹੀ ਹੈ ਤੇ ਉਹਨੂੰ ਮੱਦੇ-ਨਜ਼ਰ ਦੇਖਿਆ ਜਾਂਦਾ ਕਿ ਉਹ ਇਟ ਸ਼ੁੱਡ ਰਿਪਰੈਜ਼ੈਂਟ ਦ ਡਾਇਵਰਸਿਟੀ, ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹਦੀ ਰਿਪਰੈਜ਼ੈਂਟੇਸ਼ਨ ਹੋਵੇ। ਮੈਂ ਸਿਰਫ ਐਗਜ਼ਾਮਪਲ ਦੇਣਾ ਚਾਹੂੰਗੀ ਕਿਉਂਕਿ ਅਸੀਂ ਪੁਲਿਸ ਦੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਪੁਲਿਸ ਬੋਰਡ ਜਿਹੜਾ ਹੁਣੇ ਅਨਾਊਂਸ ਹੋਇਆ ਥੋੜੀ ਦੇਰ ਪਹਿਲੇ, ਆਈ ਸੌ ਜਿਹੜੀ ਲਿਸਟ ਸੀਗੀ ਉਹਦੇ ਵਿੱਚ ਇਟ ਹੈਡ ਦੀ ਮਿਕਸ, ਇਟ ਰਿਪਰੈਜ਼ੈਂਟਡ ਦ ਡਾਇਵਰਸਿਟੀ। ਜਿਹੜੀ ਕਿ ਸਾਡੀ ਹੈ ਉਹਦੇ 'ਚ ਐਥਨਿਕ ਕਮਿਊਨਿਟੀਜ਼ ਦੀ ਵੀ ਰਿਪਰੈਜ਼ੈਂਟੇਸ਼ਨ ਸੀਗੀ, ਜਿਹੜੇ ਕੋਕੇਸ਼ਨ ਲੋਕੀ ਹੈ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਤਾਂ ਸੀਗੀ, ਪਰ ਇੰਡੀਜਨਸ ਰਿਪਰੈਜ਼ੈਂਟੇਸ਼ਨ ਵੀ ਹੈਗੀ, ਇੰਡੀਜਨਸ ਲੋਕਾਂ ਦੀ ਵੀ ਉਸ ਕਮੇਟੀ ਦੇ ਉੱਤੇ। ਸੋ ਵੀ ਵੁੱਡ ਲਾਈਕ ਟੂ ਸੀ ਦੋਜ਼ ਕਾਈਂਡ ਆਫ ਜਿਹੜੇ ਵੈਲ ਬੈਲੈਂਸਡ ਬੋਰਡਸ ਹੈ, ਮੋਰ ਐਂਡ ਮੋਰ ਬੋਰਡਸ ਜਿਹੜੇ ਸਪੈਸ਼ਲੀ ਜਿਹੜੇ ਬੋਰਡਸ ਬਹੁਤ ਇੰਪੋਰਟੈਂਟ ਡਿਸੀਜਨਸ ਲੈ ਰਹੇ ਹੈਗੇ ਹੈ, ਜਿਹੜੇ ਕਿ ਜਿੱਥੇ ਪਹਿਲਾਂ ਤੁਸੀਂ ਦੇਖਦੇ ਸੀਗੇ ਕਿ ਇੱਕੋ ਮੂਲ ਦੇ ਲੋਕੀ ਜ਼ਿਆਦਾ ਨਜ਼ਰ ਆਉਂਦੇ ਸੀ। ਵੀ ਵਾਂਟ ਟੂ ਸੀ ਦੈਟ ਡਾਇਵਰਸਿਟੀ, ਇਟਸ ਅ ਵਰਕ ਇਨ ਪ੍ਰੋਗਰੈਸ, ਵੀ ਹੈਵ ਨਾਟ ਅਚੀਵਡ ਇਟ fully, but it is we are very very conscious of the fact that diversity should be reflected at all levels, whether those are boards or those are organizations, ਉੱਥੇ ਉਹ diversity represent ਹੋਵੇ। ਰਚਨਾ ਜੀ, ਤੁਹਾਡੇ ਫਾਈਨਲ ਕਮੈਂਟਸ ਸਾਡੇ ਵਿਊਅਰਸ ਲਈ। ਜੀ ਮੈਂ ਤਾਂ ਆਈ ਫੀਲ ਰੀਅਲੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਹੜੀ ਅਸੀਂ ਇੰਨੀ ਅੱਜ ਕੈਂਡਿਡ ਟਾਕ ਕੀਤੀ ਔਨ ਡਿਫਰੈਂਟ ਇਸ਼ੂਜ਼, ਡਿਫਰੈਂਟ ਸੋਸ਼ਲ ਇਸ਼ੂਜ਼ ਰਿਲੇਟਡ ਟੂ ਮਾਈ ਬੈਕਗਰਾਊਂਡ। ਅਤੇ ਤੁਸੀਂ ਜਿਹੜੇ ਕੋਈ ਡਿਫਿਕਲਟ ਕਨਵਰਸੇਸ਼ਨਸ ਹੁੰਦੀਆਂ, ਜਿਵੇਂ ਆਪਾਂ LGBTQ ਦੀ ਗੱਲ ਕੀਤੀ ਸੀਗੀ, ਦੋਜ਼ ਆਰ ਡਿਫਿਕਲਟ ਕਨਵਰਸੇਸ਼ਨਸ। ਮੈਂਟਲ ਹੈਲਥ ਦਾ ਜਿਹੜਾ ਸਟਿਗਮਾ ਹੈ, ਇਟਸ ਅ ਡਿਫਿਕਲਟ ਕਨਵਰਸੇਸ਼ਨ, ਪਰ ਜਦ ਤੱਕ ਅਸੀਂ ਉਹ ਕਨਵਰਸੇਸ਼ਨਸ ਕਰਾਂਗੇ ਨਹੀਂ, ਅਸੀਂ ਉਹਨਾਂ ਦੇ ਹੱਲ ਨਹੀਂ ਲੱਭ ਸਕਾਂਗੇ। ਅਸੀਂ ਆਪਣੇ ਆਪ 'ਚ ਹੀ ਕਿਤੇ ਨਾ ਕਿਤੇ ਦਬੇ ਰਹਾਂਗੇ, ਅਸੀਂ ਮਿਸਕਨਸੈਪਸ਼ਨਸ ਪਾਲਾਂਗੇ। ਇਟਸ ਇੰਪੋਰਟੈਂਟ ਟੂ ਟਾਕ ਅਬਾਊਟ ਇਸ਼ੂਜ਼ ਐਂਡ ਥੈਂਕ ਯੂ ਫॉर ਗਿਵਿੰਗ ਮੀ ਦੈਟ ਪਲੇਟਫਾਰਮ ਜਿੱਥੇ ਅਸੀਂ ਇਹ ਡਿਸਕਸ਼ਨ ਕਰ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਰਚਨਾ ਜੀ, ਤੁਸੀਂ ਬੜੇ ਸ਼ੋਰਟ ਨੋਟਿਸ ਤੇ ਅੱਜ ਸਾਡੇ ਸ਼ੋਅ 'ਚ ਆਏ ਹੋ ਤੇ ਬੜੇ ਕਾਫੀ ਵਾਸਟ ਟੌਪਿਕਸ ਹੈਗੇ ਆ, ਕਿਉਂਕਿ ਇੱਕ ਟੌਪਿਕ ਤੇ ਆਪਣਾ ਘੰਟਾ ਨਿਕਲ ਸਕਦਾ ਸੀ। ਸੋ ਸਾਡੀ ਅੱਜ ਗੱਲਬਾਤ ਚੱਲ ਰਹੀ ਸੀ ਰਚਨਾ ਸਿੰਘ, ਜਿਹੜੇ ਕਿ MLA ਹੈ ਸਰੀ ਗ੍ਰੀਨ ਟਿੰਬਰਸ ਤੋਂ। ਸੋ ਕਾਫੀ ਵੱਡੇ ਟੌਪਿਕਸ ਹੈ, ਰੇਸਿਜ਼ਮ ਦਾ ਟੌਪਿਕਸ ਹੈ, ਪੁਲਿਸ ਐਕਟ ਦਾ ਟੌਪਿਕ ਹੈ, ਜੈਂਡਰ ਇਕੁਐਲਿਟੀ ਹੈ, LGBTQ ਆਪਣੀ ਕਮਿਊਨਿਟੀ ਹੈ, ਉਹਦੇ ਬਾਰੇ ਗੱਲਾਂ ਬਾਤਾਂ ਹੈਗੀਆਂ। ਸੋ ਇਹ ਜਿਹੜੇ ਮੁੱਦੇ ਆ ਤੁਹਾਡੇ ਰੂਬਰੂ ਕਰਾਵਾਂਗੇ, ਲਿਆਵਾਂਗੇ। ਜਿਸ ਤਰ੍ਹਾਂ ਰਚਨਾ ਸਿੰਘ ਜੀ ਨੇ ਕਿਹਾ ਕਿ ਜਦੋਂ ਜਿਹੜੇ ਆਪਣੇ ਰੈਪਰੈਜ਼ੈਂਟੇਟਿਵਸ, ਉਹਨਾਂ ਤੋਂ ਆਪਾਂ ਨੂੰ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ। ਉਹਨਾਂ ਨੂੰ ਜੇ ਤੁਸੀਂ ਉਹਨਾਂ ਦੇ ਆਫਿਸ ਨੂੰ ਕੰਟੈਕਟ ਕਰੋ ਤਾਂ ਉਹਨਾਂ ਨੂੰ ਫੀਡਬੈਕ ਦਿਓ, ਤਾਂ ਕਿ ਜਦੋਂ ਇਹ ਐਕਟ ਦੇ ਵਿੱਚ ਚੇਂਜਸ ਆਉਣੇ ਆ, ਵਧੀਆ ਚੇਂਜਸ ਆਉਣ, ਤਾਂ ਕਿ ਜਿਹੜੀ ਮਾਈਨੋਰਿਟੀਜ਼ ਹੈ, ਐਥਨਿਕ ਕਮਿਊਨਿਟੀਜ਼ ਹੈ ਜਾਂ ਰੇਸਿਜ਼ਮ ਹੈ ਜਿਹੜਾ ਉਹ ਜਿਹੜਾ ਇੰਬੈਡਡ ਆਪਣੇ ਹੈਗਾ ਆ ਹਜ਼ਾਰਾਂ ਸਾਲਾਂ ਤੋਂ, ਉਹਨੂੰ ਹੌਲੀ ਹੌਲੀ ਇਹਨੂੰ ਕਿਵੇਂ ਕੱਢਿਆ ਜਾਵੇ। ਸੋ ਇਸੇ ਹੀ ਤਰ੍ਹਾਂ ਇਸ ਤਰ੍ਹਾਂ ਦੇ ਨੁਮਾਇੰਦੇ ਤੁਹਾਡੇ ਰੂਬਰੂ ਕਰਾਵਾਂਗੇ, ਆਪਣੇ ਪੋਲੀਟੀਸ਼ੀਅਨ, ਡਾਕਟਰਸ ਜਾਂ ਕਮਿਊਨਿਟੀ ਐਕਟਿਵਿਸਟ। ਟਿਊਨ ਇਨ ਕਰਦੇ ਰਿਹਾ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। ਐਵਰੀ ਥਰਸਡੇ CJ ਸਿੱਧੂ ਸ਼ੋ 7 to 8 o'clock ਵਾਚ ਕਰਦੇ ਰਿਹਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਰੱਬ ਰਾਖਾ। ਬੀ ਸੇਫ, stay healthy and happy and have a wonderful weekend। ਮੇਰੇ ਸ਼ੋਅ ਤੋਂ ਬਾਅਦ ਸਾਫ਼ ਤੇ ਸਪਸ਼ਟ ਸ਼ੋਅ ਲੈ ਕੇ ਆਉਂਦੇ ਆ ਪੁਨੀਤ ਜੀ, ਬਹੁਤ ਵਧੀਆ ਸ਼ੋਅ ਹੈਗਾ। ਇਹੀ ਫੋਨ ਨੰਬਰ ਤੁਸੀਂ ਉਹਨਾਂ ਨੂੰ ਕਰਕੇ ਇਵੇਂ ਹੀ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ, ਕਿਉਂਕਿ ਇੰਡੀਆ ਤੋਂ ਸਾਡਾ ਸ਼ੋਅ ਆਉਂਦਾ ਆ ਤੇ ਬੜਾ ਪਪੂਲਰ ਸ਼ੋਅ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।